वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 230। ਲੇਖਕ ਸਤਬੀਰ ਸਿੰਘ। ਭਾਗ 14। ਚਮਕੌਰ ਤੋਂ ਮੁਕਤਸਰ। ਮਾਛੀਵਾੜੇ। ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਹਵੇਲੀ ਵਿੱਚੋਂ ਅੱਧੀ ਰਾਤ ਨਿਕਲ ਕੇ ਰਹਿੰਦੀ ਸਾਰੀ ਰਾਤ ਪੋਹ ਫੁੱਟਣ ਤੱਕ ਤੁਰਦੇ ਰਹੇ। ਪ੍ਰਭਾਤ ਵੇਲੇ ਕਿੜੀ ਪੁੱਜੇ। ਅਲਫੂ ਅਤੇ ਗਾਮੂ ਨਾਂ ਦੇ ਦੋ ਗੁੱਜਰਾਂ ਨੇ ਗੁਰੂ ਜੀ ਨੂੰ ਪਛਾਣ ਲਿਆ ਤੇ ਦੇਖਦੇ ਸਾਰ ਸ਼ੋਰ ਮਚਾਉਣ ਲੱਗੇ। ਗੁਰੂ ਜੀ ਨੇ ਇਸ਼ਾਰੇ ਨਾਲ ਚੁੱਪ ਰਹਿਣਾ ਕਿਹਾ ਅਤੇ ਦੋ ਮੋਹਰਾਂ ਵੀ ਦਿੱਤੀਆਂ, ਪਰ ਉਹ ਰੌਲਾ ਪਾਈ ਗਏ। ਮਹਾਰਾਜ ਨੇ ਜਦ ਦੇਖਿਆ ਕਿ ਦੋਵੇਂ ਚੁੱਪ ਹੀ ਨਹੀਂ ਕਰਦੇ ਤਾਂ ਇੱਕ ਚਪੇੜ ਦੋਵਾਂ ਨੂੰ ਮਾਰੀ ਅਤੇ ਦੋਨਾਂ ਦੀ ਜ਼ਬਾਨ ਹੀ ਬੰਦ ਹੋ ਗਈ। ਪਿੰਡ ਬਹਿਲੋਲ ਤੱਕ ਚੰਗਾ ਦਿਨ ਚੜ੍ਹ ਗਿਆ ਸੀ। ਆਪ ਸਾਰਾ ਦਿਨ ਟੁਰੀ ਹੀ ਗਏ। ਜੁੱਤੀ ਆਪ ਜੀ ਨੇ ਪਵਾਤ ਪਿੰਡ ਉਤਾਰ ਦਿੱਤੀ ਸੀ, ਕਿਉਂਕਿ ਜੁੱਤੀ ਸਮੇਤ ਟੁਰਨਾ ਕਠਿਨ ਹੋ ਗਿਆ ਸੀ। ਨੰਗੇ ਪੈਰ ਹੀ ਟੁਰੀ ਗਏ। ਪਾਵਨ ਚਰਨਾਂ ਵਿੱਚ ਛਾਲੇ ਪੈ ਗਏ। ਬਸਤਰ ਵੀ ਲੀਰੋ ਲੀਰ ਹੋ ਗਏ। ਸਹਿਜੇ ਮਾਜਰਾ ਤੋਂ ਹੋ ਕੇ ਮਾਛੀਵਾੜੇ ਦੇ ਜੰਗਲਾਂ ਤੱਕ ਪੁੱਜਦਿਆਂ ਫਿਰ ਡੂੰਘੀ ਰਾਤ ਪੈ ਗਈ। ਸਰਦੀਆਂ ਦੇ ਦਿਨ ਅਤੇ ਉੱਤੋਂ ਕਰਨ ਲਈ ਕੋਈ ਭਾਰਾ ਕੱਪੜਾ ਵੀ ਪਾਸ ਨਹੀਂ ਸੀ। ਕਈ ਦਿਨਾਂ ਪਿੱਛੋਂ ਗੁਰੂ ਜੀ ਨੇ ਅੱਕ ਕੇ ਡੋਡੇ ਦਾ ਰਸ ਪੀਤਾ। ਉਸੇ ਹੀ ਬਾਗ ਪਾਸ ਆਪ ਜੀ ਸਰਹਾਣੇ ਸਖਣੀ ਟਿੰਡ ਰੱਖ ਕੇ ਬਿਰਾਜ ਗਏ। ਉਧਰ ਤਾਰਿਆਂ ਦੀ ਸੇਧ ਵਿੱਚ ਭਾਲਦਿਆਂ ਭਾਈ ਦਇਆ ਸਿੰਘ ਜੀ ਵੀ ਆ ਪੁੱਜੇ। ਪਿੱਛੋਂ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਵੀ ਆ ਗਏ। 3 ਦਿਨਾਂ ਬਾਅਦ ਗੁਰੂ ਜੀ ਦਾ ਕਮਰ ਕੱਸਾ ਖੋਲ੍ਹਿਆ ਗਿਆ, ਜੋ ਅੱਧੀ ਉਂਗਲ ਅੰਦਰ ਸਰੀਰ ਦੇ ਧਸ ਗਿਆ ਸੀ। ਚਰਨ ਜ਼ਰੂਰ ਪੱਛੇ ਹੋਏ ਸਨ, ਪਰ ਚਿਹਰੇ ਤੇ ਉਹ ਹੀ ਮੁਸਕਾਨ ਅਤੇ ਸ਼ੁਕਰ ਸੀ ਜੋ ਮੁਖਾਰ ਬਿੰਦ ਤੋਂ ਮਿੱਤਰ ਪਿਆਰੇ ਨੂੰ ਹਾਲ ਸੁਣਾ ਰਹੇ ਸਨ। ਨਬੀ ਖਾਨ ਗਣੀ ਖਾਨ। ਉੱਥੋਂ ਹੀ ਗੁਲਾਬਾ, ਜੋ ਪਹਿਲਾਂ ਮਸੰਦ ਸੀ, ਗੁਰੂ ਜੀ ਨੂੰ ਆਪਣੇ ਘਰ ਲੈ ਗਿਆ, ਪਰ ਰਾਤ ਹੋਣ ਤੇ ਡਰ ਗਿਆ। ਗੁਰੂ ਜੀ ਉਸ ਦੀ ਕਮਜ਼ੋਰੀ ਨੂੰ ਭਾਂਪ ਗਏ ਅਤੇ ਆਪੂ ਹੀ ਚਲੇ ਜਾਣ ਦੀ ਗੱਲ ਕਹਿ ਦਿੱਤੀ। ਨਬੀ ਅਤੇ ਗਣੀ ਖਾਨ ਗੁਰੂ ਮਹਾਰਾਜ ਪਾਸ ਦੂਰ ਇਲਾਕੇ ਤੋਂ ਘੋੜਾ ਲਿਆ ਕੇ ਵੇਚਿਆ ਕਰਦੇ ਸਨ। ਸੂਹ ਪਾ ਕੇ ਗੁਲਾਬੇ ਦੇ ਘਰ ਆ ਗਏ ਅਤੇ ਬੇਨਤੀ ਕਰਕੇ ਘਰ ਲੈ ਗਏ। ਉੱਥੇ ਹੀ ਨਿਹਾਲੇ ਖੱਤਰੀ ਦੀ ਮਾਂ ਨੇ ਖੱਦਰ ਦਾ ਥਾਣ ਪੇਸ਼ ਕੀਤਾ। ਖੱਦਰ ਦੇ ਚੋਲੇ ਬਣਾਏ ਅਤੇ ਨੀਲੇ ਕਰ ਲਏ ਅਤੇ ਸਾਰਿਆਂ ਨੇ ਪਹਿਨ ਲਏ। ਨਬੀ ਖਾਨ ਤੇ ਗਣੀ ਖਾਨ ਅਤੇ 3 ਸਿੰਘ ਗੁਰੂ ਮਹਾਰਾਜ ਨੂੰ ਉੱਚਦਾ ਪੀਰ ਬਣਾ ਕੇ ਅਗੇਰੇ ਵੱਲ ਚੱਲ ਪਏ। ਰਾਹ ਵਿੱਚ ਇੱਕ ਫੌਜੀ ਦਸਤੇ ਨੇ ਰੋਕਿਆ ਵੀ, ਪਰ ਸਲੋਹ ਵਾਲੇ ਕਾਜੀ ਪੀਰ ਮੁਹੰਮਦ, ਜਿਸ ਪਾਸੋਂ ਸਤਿਗੁਰ ਨੇ ਫਾਰਸੀ ਅੱਖਰ ਪੜ੍ਹੇ ਸਨ, ਨੇ ਫੌਜੀ ਦਸਤੇ ਦੀ ਤਸੱਲੀ ਕਰਾ ਦਿੱਤੀ। ਰਾਤ ਆਪ ਜੀ ਨੇ ਉੱਥੇ ਹੀ ਕੱਟੀ। ਉੱਥੋਂ ਹੀ ਗੁਰੂ ਜੀ ਨੇ ਮਾਹੀ ਨਾਂ ਦਾ ਹਰਕਾਰਾ ਸਾਹਿਬਜ਼ਾਦਿਆਂ ਦੀ ਟੋਹ ਲੈਣ ਲਈ ਭੇਜਿਆ। ਮਾਹੀ ਚੌਥੇ ਦਿਨ ਖਬਰ ਲੈ ਕੇ ਆਇਆ ਕਿ ਛੋਟੇ ਸਾਹਿਬਜ਼ਾਦੇ ਨਵਾਬ ਸਰਹਿੰਦ ਨੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਹਨ। ਗੁਰੂ ਜੀ ਨੇ ਕਾਹੀ ਦੇ ਬੂਟੇ ਨੂੰ ਤੀਰ ਦੀ ਨੋਕ ਨਾਲ ਉਖੇੜਦੇ ਫਰਮਾਇਆ, ਇਹ ਰਾਜ ਹੁਣ ਜੜੋਂ ਪੁੱਟਿਆ ਗਿਆ। ਫਤਹਿਨਾਮਾ। ਗੁਰੂ ਗੋਬਿੰਦ ਸਿੰਘ ਜੀ ਨੇ ਕਨੇਚ ਤੋਂ ਹੀ ਔਰੰਗਜ਼ੇਬ ਵੱਲੋਂ ਆਈ ਚਿੱਠੀ ਦਾ ਜਵਾਬ ਲਿਖਿਆ। ਭਾਈ ਦਇਆ ਸਿੰਘ ਜੀ ਆਪੂ ਚਿੱਠੀ ਲੈ ਕੇ ਦੱਖਣ ਵੱਲ ਗਏ। ਨਬੀ ਖਾਨ ਅਤੇ ਗਣੀ ਖਾਨ ਨੇ ਪੰਜਾਬ ਦੀ ਹੱਦ ਟਪਾਉਣ ਤੱਕ ਸਹਾਇਤਾ ਕੀਤੀ। ਉਸ ਲਿਖੀ ਚਿੱਠੀ ਦਾ ਅਸਲ ਤਾਂ ਨਹੀਂ ਮਿਲਿਆ, ਪਰ ਉਸ ਦੇ ਕੁਝ ਸ਼ੇਰ ਬਾਬਾ ਸੁਮੇਰ ਸਿੰਘ ਨੇ ਆਪਣੀ ਯਾਦ ਵਿੱਚ ਸੁਣਾਏ ਸਨ। ਉਸ ਫਤਹਿਨਾਮਾ ਵਿੱਚ ਔਰੰਗਜ਼ੇਬ ਨੂੰ ਉਸ ਦੀਆਂ ਫਰੇਬਕਾਰੀਆਂ ਦਾ ਗਿਆਨ ਕਰਾਇਆ ਗਿਆ। ਗੁਰੂ ਜੀ ਨੇ ਲਿਖਿਆ, ਔਰੰਗਜ਼ੇਬ, ਤੈਨੂੰ ਇਹ ਔਰੰਗਜ਼ੇਬ ਵਾਲਾ ਨਾਂ ਨਹੀਂ ਫਾਵਦਾ। ਤੇਰੀ ਤਸਵੀ ਮਣਕਿਆਂ ਤੇ ਧਾਗੇ ਤੋਂ ਵੱਧ ਕੋਈ ਹੈਸੀਅਤ ਨਹੀਂ ਰੱਖਦੀ, ਕਿਉਂਕਿ ਤੂੰ ਮਣਕਿਆਂ ਨੂੰ ਦਾਣਾ ਅਤੇ ਧਾਗੇ ਨੂੰ ਜਾਲ ਬਣਾਇਆ ਹੋਇਆ ਹੈ। ਆਪਣੀ ਭੈੜੀ ਕਰਤੂਤ ਨਾਲ ਤੂੰ ਆਪਣੇ ਪਿਤਾ ਦੀ ਮਿੱਟੀ ਨੂੰ ਆਪਣੇ ਭਰਾਵਾਂ ਦੇ ਖੂਨ ਨਾਲ ਗੁੰਨਿਆ ਹੈ। ਤੈਨੂੰ ਮਾਣ ਆਪਣੇ ਰਾਜ ਤੇ ਹੈ ਤੇ ਮੈਨੂੰ ਆਪਣੇ ਕਰਤਾਰ ਤੇ ਹੈ। ਕੀ ਹੋਇਆ ਜੇ ਗਿੱਦੜ ਨੇ ਆਪਣੀ ਚਲਾਕੀ ਤੇ ਧੋਖੇ ਨਾਲ ਸ਼ੇਰ ਦੇ 2 ਬੱਚਿਆਂ ਨੂੰ ਮਾਰ ਦਿੱਤਾ ਹੈ, ਪਰ ਬਿਰਫਿਆ ਹੋਇਆ ਸ਼ੇਰ ਜਿੰਦਾ ਹੈ, ਜੋ ਬਦਲਾ ਲੈ ਲਵੇਗਾ। ਮੈਨੂੰ ਤੇਰੀਆਂ ਕਸਮਾਂ ਤੇ ਰਤਾ ਵੀ ਇਤਬਾਰ ਨਹੀਂ, ਇਸ ਲਈ ਤਲਵਾਰ ਵਰਤਣ ਤੋਂ ਸਿਵਾ ਮੇਰੇ ਕੋਲ ਕੋਈ ਚਾਰਾ ਨਹੀਂ। ਜੇ ਤੂੰ ਤਜਰਬੇਕਾਰ ਬਘਿਆੜ ਹੈ ਤਾਂ ਮੈਂ ਵੀ ਇੱਧਰੋਂ ਸ਼ੇਰ ਛੱਡ ਸਕਦਾ ਹਾਂ। ਤੈਨੂੰ ਆਪਣੀਆਂ ਚਾਲਾਂ ਦਾ ਸਹਾਰਾ ਹੈ ਅਤੇ ਮੈਨੂੰ ਆਪਣੇ ਸਿਦਕ ਅਤੇ ਸੱਚਾਈ ਦਾ ਮਾਣ ਹੈ। ਉਸੇ ਚਿੱਠੀ ਵਿੱਚ ਇਹ ਵੰਗਾਰ ਪਾਈ ਕਿ ਅਜੇ ਤੇ ਮੇਰੀ ਲੜਨ ਦੀ ਇੱਛਾ ਹੈ ਤਾਂ ਮੈਦਾਨ ਵਿੱਚ ਆ, ਦੋਵਾਂ ਦਾ ਮੁਕਾਬਲਾ ਹੋ ਜਾਵੇਗਾ। ਤੂੰ ਨਾਜ ਤੇ ਨਿਆਮਤਾਂ ਵਿੱਚ ਪਲਦਾ ਰਿਹਾ ਹੈ ਅਤੇ ਅਜੇ ਤੱਕ ਤੈਨੂੰ ਕੋਈ ਜੰਗੀ ਜੁਆਨ ਨਹੀਂ ਟਕਰਿਆ।
ਇਹ ਗੱਲ ਯਾਦ ਰੱਖੀ ਕਿ ਪੱਥਰ ਬੇਸ਼ੱਕ ਸੋਨੇ ਦੇ ਕਾਸੇ ਨੂੰ ਤੋੜ ਦੇਵੇ, ਪਰ ਪੱਥਰ ਪੱਥਰ ਹੀ ਹੈ, ਸੋਨਾ ਸੋਨਾ, ਭਾਵੇਂ ਉਹ ਟੁੱਟ ਵੀ ਜਾਏ। ਸ਼ਮੀਰਾਂ, ਲਖਮੀਰਾਂ ਅਤੇ ਤਖਤ ਮੱਲ ਦੀ ਜੁਰਤ। ਉੱਚ ਦੇ ਪੀਰ ਹੀ ਬਣੇ ਹੋਏ ਆਪ ਜੀ ਜੱਟਪੁਰਾ ਪੁੱਜ ਗਏ। ਰਾਈਕਲਾ ਉਹਨਾਂ ਨੂੰ ਆਪਣੇ ਪਾਸ ਲੈ ਗਿਆ। ਉੱਥੇ ਕੁਝ ਚਿਰ ਹੀ ਗੁਰੂ ਜੀ ਟਿਕੇ ਅਤੇ ਤਲਿਆਣੀ, ਚੱਕਰ, ਤਖਤੂਪੁਰਾ ਅਤੇ ਮਸੇਲ ਪਿੰਡਾਂ ਵਿੱਚ ਹੁੰਦੇ ਹੋਏ ਰਾਏ ਜੋਧ ਦੇ ਪੋਤਰੇ ਸ਼ਮੀਰ ਪਾਸ ਜਾ ਪੁੱਜੇ। ਦੀਨਾ ਪਿੰਡ ਆਪ ਜੀ ਨੇ ਟਿਕਾਣਾ ਭਾਈ ਦੇਸੂ ਤਰਖਾਣ ਦੇ ਚੁਬਾਰੇ ਕੀਤਾ। ਦੇਸੂ ਨੇ ਨਵਾਂ ਚੁਬਾਰਾ ਪਾਇਆ ਹੋਇਆ ਸੀ। ਰਾਏ ਜੋਧ ਗੁਰੂ ਹਰਗੋਬਿੰਦ ਜੀ ਦਾ ਇੱਕ ਸ਼ਰਧਾਲੂ ਸਿੱਖ ਸੀ ਅਤੇ ਗੁਰੂਸਰ ਦੀ ਜੰਗ ਵਿੱਚ ਉਸ ਨੇ 6ਵੇਂ ਗੁਰੂ ਜੀ ਦੀ ਬੜੀ ਸੇਵਾ ਕੀਤੀ ਸੀ। ਰਾਏ ਜੋਧ ਦੀ ਔਲਾਦ ਨੇ ਕਾਂਗਜ ਪਿੰਡ ਵਿੱਚੋਂ ਉੱਠ ਕੇ ਇੱਕ ਨਵਾਂ ਪਿੰਡ ਦੀਨਾ ਵਸਾਇਆ ਸੀ। ਤਿੰਨੇ ਭਰਾਵਾਂ ਲਖਮੀਰਾ, ਸ਼ਮੀਰਾ ਅਤੇ ਤਖਤ ਮੱਲ ਨੇ ਫਰਜ਼ ਪਛਾਣਦੇ ਹੋਏ ਗੁਰੂ ਜੀ ਦੀ ਪੂਰੀ ਰਾਖੀ ਅਤੇ ਰੱਜ ਕੇ ਸੇਵਾ ਵੀ ਕੀਤੀ। ਸਰਹਿੰਦ ਦੇ ਨਵਾਬ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਤਿੰਨ ਭਰਾਵਾਂ ਨੇ ਗੁਰੂ ਜੀ ਨੂੰ ਕੋਲ ਰੱਖਿਆ ਹੋਇਆ ਹੈ ਤਾਂ ਉਸ ਨੇ ਧਮਕੀ ਭਰਿਆ ਪੱਤਰ ਲਿਖਿਆ। ਪੱਤਰ ਇਸ ਪ੍ਰਕਾਰ ਸੀ, ਤੁਸਾਂ ਪਰਜਾ ਤੇ ਬਾਦਸ਼ਾਹ ਹਜ਼ਰਤ ਦੇ ਵੈਰੀ ਨੂੰ ਪਨਾਹ ਦਿੱਤੀ ਹੈ, ਉਸ ਨੂੰ ਬੰਨ੍ਹ ਕੇ ਸਰਹਿੰਦ ਪਹੁੰਚਾ ਦਿਓ, ਨਹੀਂ ਤਾਂ ਤੁਹਾਡੇ ਤੇ ਵੀ ਫੌਜ ਚੜ੍ਹ ਕੇ ਆਏਗੀ ਅਤੇ ਗੁਰੂ ਸਮੇਤ ਤੁਹਾਡਾ ਖਾਤਮਾ ਕੀਤਾ ਜਾਏਗਾ। ਪਰ ਤਿੰਨੇ ਭਰਾ ਡਟੇ ਰਹੇ ਅਤੇ ਸਰਹਿੰਦ ਦੇ ਨਵਾਬ ਨੂੰ ਮੋੜਵਾਂ ਉੱਤਰ ਲਿਖਿਆ ਕਿ ਜਿਵੇਂ ਤੁਸੀਂ ਆਪਣੇ ਪੀਰਾਂ ਮੁਰੀਦਾਂ ਮੁਰਸ਼ਿਦਾਂ ਨੂੰ ਮੰਨਦੇ ਸੇਵਦੇ ਹੋ, ਤਿਵੇਂ ਅਸੀਂ ਵੀ ਸਤਿਗੁਰ ਦੀ ਪੂਜਾ ਸੇਵਾ ਇਸ਼ਟ ਜਾਣ ਕੇ ਹੀ ਕਰਦੇ ਹਾਂ। ਅਸੀਂ ਬਾਬਾ ਨਾਨਕ ਦੇ ਮੁਰੀਦ ਹਾਂ ਅਤੇ ਆਪਣੇ ਪੀਰ ਨੂੰ ਕਿਸ ਤਰ੍ਹਾਂ ਤੁਹਾਡੇ ਹਵਾਲੇ ਕਰ ਸਕਦੇ ਹਾਂ। ਸਾਥੋਂ ਇਹ ਗੱਲ 3 ਕਾਲ ਵਿੱਚ ਵੀ ਨਹੀਂ ਹੋ ਸਕੇਗੀ। ਗੁਰੂ ਜੀ ਨੇ ਉਹਨਾਂ ਦੀ ਸਰਾਹਨਾ ਕੀਤੀ, ਪਰ ਨੀਤੀ ਵਸ ਹੋਰ ਅਗੇਰੇ ਜਾਣਾ ਹੀ ਠੀਕ ਸਮਝਿਆ। ਪਰ ਫਿਰ ਵੀ ਕਈ ਦਿਨ ਉਹਨਾਂ ਭਰਾਵਾਂ ਟਿਕਾਈ ਰੱਖਿਆ। ਉੱਥੋਂ ਕਈ ਹੁਕਮਨਾਮੇ ਭੇਜੇ। ਚੋਲੇ ਦੀ ਸੰਗਤ ਨੂੰ ਫਿਰ ਹਥਿਆਰ ਪਹਿਨ ਹਾਜ਼ਰ ਹੋਣ ਲਈ ਕਿਹਾ। ਇੱਕ ਤਗੜੀ ਫੌਜ ਫਿਰ ਬਣ ਗਈ। ਜਿਸ ਸਮੇਂ ਇਹ ਸੂਹ ਮਿਲੀ ਕਿ ਸਰਹਿੰਦ ਦੀਆਂ ਫੌਜਾਂ ਚੜ੍ਹ ਕੇ ਆ ਰਹੀਆਂ ਹਨ ਤਾਂ ਆਪ ਜੀ ਦੀਨਾ ਤੋਂ ਕਾਂਗੜਾ ਚਲੇ ਗਏ। ਜ਼ਫ਼ਰਨਾਮਾ। ਗੁਰੂ ਗੋਬਿੰਦ ਸਿੰਘ ਜੀ ਦਾ ਇਹ ਵਿਚਾਰ ਵੀ ਬਣਿਆ ਲੱਗਦਾ ਹੈ ਕਿ ਬਹਾਦਰ ਸ਼ਾਹ ਨੇ ਨਾਇਬ ਮੁਨੀਮ ਖਾਨ ਨੂੰ ਹੀ ਸਾਰੀਆਂ ਇਤਲਾਹਾਂ ਦਿੱਤੀਆਂ ਜਾਣ ਤਾਂ ਕਿ ਉਹ ਔਰੰਗਜ਼ੇਬ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਾ ਸਕੇ। ਦੂਜੇ ਪਾਸੇ ਸਰਹਿੰਦ ਦਾ ਨਵਾਬ ਛੇਤੀ ਹੀ ਫਿਰ ਸਿੱਧਾ ਟਾਕਰਾ ਕਰਕੇ ਗੁਰੂ ਜੀ ਨੂੰ ਰਾਹ ਤੋਂ ਹਟਾਉਣਾ ਚਾਹੁੰਦਾ ਸੀ। ਕਾਂਗੜ ਤੋਂ ਹੀ ਗੁਰੂ ਜੀ ਨੇ ਸੰਸਾਰ ਪ੍ਰਸਿੱਧ ਖਤ ਜ਼ਫ਼ਰਨਾਮਾ ਲਿਖਿਆ। ਇੰਜ ਪ੍ਰਤੀਤ ਹੁੰਦਾ ਹੈ ਕਿ ਜਦ ਪਹਿਲੀ ਚਿੱਠੀ ਪੁੱਜੀ ਤਾਂ ਔਰੰਗਜ਼ੇਬ ਨੇ ਫਿਰ ਇੱਕ ਚਿੱਠੀ ਗੁਰੂ ਜੀ ਨੂੰ ਲਿਖੀ ਕਿ ਉਹ ਆ ਕੇ ਮਿਲਣ ਅਤੇ ਪੰਜਾਬ, ਸਰਹਿੰਦ ਅਤੇ ਜੰਮੂ ਦੇ ਨਵਾਬਾਂ ਨੂੰ ਫਰਮਾਨ ਭੇਜੇ ਅਤੇ ਖਾਸ ਹਦਾਇਤਾਂ ਦਿੱਤੀਆਂ ਕਿ ਗੁਰੂ ਜੀ ਨੂੰ ਆਜ਼ਾਦੀ ਨਾਲ ਫਿਰਨ ਦਿੱਤਾ ਜਾਏ ਅਤੇ ਉਹਨਾਂ ਦੀ ਰੱਖਿਆ ਕੀਤੀ ਜਾਏ। ਜ਼ਫ਼ਰਨਾਮਾ ਵਿੱਚ ਆਪ ਜੀ ਨੇ ਮਜਬੂਰ ਹੋ ਕੇ ਤਲਵਾਰ ਚਲਾਉਣ ਦਾ ਹੱਕ ਦੱਸਿਆ। ਜਦੋਂ ਸਭ ਹੀਲੇ ਬੇਕਾਰ ਹੋ ਜਾਣ ਤਾਂ ਤਲਵਾਰ ਚਲਾਉਣਾ ਨਾ ਸਿਰਫ ਠੀਕ ਹੈ ਸਗੋਂ ਧਰਮ ਵੀ ਹੈ। ਇਹ ਨਾ ਸਮਝੀ ਕਿ 4 ਚਿੰਗਾਰੀਆਂ ਬੁਝਾਉਣ ਨਾਲ ਅੱਗ ਬੁਝਾ ਦਿੱਤੀ ਗਈ ਹੈ, ਇਹ ਭਰਮ ਹੈ। ਫਿਰ ਯਾਦ ਕਰਾਇਆ ਕਿ ਕੌਡੀਆਂ ਵਾਲਾ ਪੇਚੀਦਾ ਮਾਰ ਜਿੰਦਾ ਹੈ। ਮਹਾਰਾਜ ਨੇ ਇਹ ਵੀ ਲਿਖਿਆ ਕਿ ਮੈਨੂੰ ਇਸ ਮਕਾਰ ਨੀਤੀ ਧਾਰਨ ਕਰੀ ਬੈਠੇ ਆਦਮੀ ਦਾ ਪਤਾ ਨਹੀਂ ਸੀ। ਮੈਂ ਇਹ ਸਭ ਕੁਝ ਅਨੰਦਪੁਰ ਛੱਡਣਾ ਕਿਉਂ ਕਰਦਾ, ਚੇਤਾਵਨੀ ਦਿੰਦੇ ਹੋਏ ਕਿ ਕਿਸੇ ਦੇ ਖੂਨ ਦਾ ਪਿਆਸਾ ਹੋ ਕੇ ਬੇਪਰਵਾਹੀ ਨਾਲ ਤਲਵਾਰ ਨਾ ਚਲਾ। ਖੁਦਾ ਤੇਰਾ ਲਹੂ ਵੀ ਐਸਾ ਹੀ ਤਲਵਾਰ ਨਾਲ ਡੋਲੇਗਾ। ਔਰੰਗਜ਼ੇਬ ਦੀਆਂ ਕੁਝ ਜਾਤੀ ਸਿਫਤਾਂ ਦਾ ਵਰਣਨ ਕਰਦੇ ਹੋਏ ਕਿਹਾ ਕਿ ਤੂੰ ਬੇਸ਼ੱਕ ਹੁਸ਼ਿਆਰ, ਫਰਤੀਲਾ ਅਤੇ ਚੰਗਾ ਘੋੜਸਵਾਰ ਹੈ, ਚਤੁਰਾਈ ਵਿੱਚ ਨਿਪੁੰਨ, ਜੰਗੀ ਕਰਤਬਾਂ ਦਾ ਜਾਣੂ ਅਤੇ ਦੇਗ ਤੇਗ ਦਾ ਧਣੀ ਹੈ, ਸਿਆਣਾ, ਸੁੰਦਰ, ਖੈਰਾਤ ਦੇਣ ਵਾਲਾ, ਦਾਨੇ ਲੋਕਾਂ ਵਿੱਚ ਵੱਡਾ, ਯੁੱਧ ਵਿੱਚ ਪਹਾੜ ਵਾਂਗੂ ਅਹਿਲ ਹੈ। ਕਈ ਉੱਚੀਆਂ ਸਿਫਤਾਂ ਵੀ ਤੇਰੇ ਵਿੱਚ ਹਨ। ਤੂੰ ਦੇਸ਼ ਦਾ ਬਾਦਸ਼ਾਹ ਜ਼ਰੂਰ ਹੈ ਪਰ ਈਮਾਨ ਤੋਂ ਦੂਰ ਹੈ। ਤੈਨੂੰ ਚਾਹੀਦਾ ਸੀ ਕਿ ਰੋਜ਼ ਫਿਤਨਾ ਖੜਾ ਕਰਨ ਵਾਲੇ ਬੁੱਤ ਪੂਜ ਪਹਾੜੀ ਰਾਜਾਂ ਵਿਰੁੱਧ ਮੇਰੀ ਇਮਦਾਦ ਕਰ ਦੋ, ਪਰ ਤੂੰ ਸਗੋਂ ਉਹਨਾਂ ਨੂੰ ਸ਼ਹਿ ਦਿੱਤੀ। ਅਖੀਰ ਤੇ ਲਿਖਿਆ ਕਿ ਆਪਣੀ ਉਠਾਈ ਹੋਈ ਕਸਮ ਨੂੰ ਤੇਸਿਆਂ ਤੇ ਖੁਰਪਿਆਂ ਨਾਲ ਨਾ ਛੱਡ। ਮਹਾਰਾਜ ਨੇ ਉੱਧਰ ਦੱਖਣ ਜਾ ਕੇ ਮਿਲਣ ਦੀ ਮਜਬੂਰੀ ਵੀ ਦੱਸੀ ਅਤੇ ਫਿਰ ਕਿਹਾ ਉਹ ਹੀ ਕਾਂਗੜ ਦੇਸ਼ ਪੰਜਾਬ ਵਿੱਚ ਆਏ। ਭਾਈ ਸੇਵਾ ਰਾਮ ਜੀ ਨੇ ਆਪਣੀਆਂ ਪਰਚੀਆਂ ਵਿੱਚ ਇਸ ਜ਼ਫ਼ਰਨਾਮੇ ਦਾ ਭਾਵ ਦਿੰਦੇ ਹੋਏ ਲਿਖਿਆ ਹੈ, ਜਦ ਦਾ ਤੂੰ ਬਾਦਸ਼ਾਹ ਹੋਇਆ ਹੈ ਤਦ ਦਾ ਤੂੰ ਬੇਇਨਸਾਫੀ ਕਰਦਾ ਹੈ। ਇਨਸਾਫ ਦਾ ਕੋਈ ਕੰਮ ਤੂੰ ਨਹੀਂ ਕੀਤਾ। ਮੈਂ ਇੱਕ ਪੱਥਰ ਉੱਪਰ ਬਸੇਰਾ ਰੱਖਦਾ ਸਾਂ ਅਤੇ
ਨਿਰਦਾਵੇ ਕਰ ਬਸੇਰਾ ਕਰਦਾ ਸਾਂ। ਕੌਣ ਤੇਰਾ ਗਾਮ ਨਾ ਖਤਾਵਤਾ ਥਾਂ, ਰਾਜਿਆਂ ਸਾਥ ਰਲ ਕੇ ਤੂੰ ਮੇਰੀ ਔਰ ਫੌਜਾਂ ਭੇਜੀਆਂ। जैसा तू बेइंसाफ तैसे तेरे राजे बेइंसाफ, रल मिल तुम्हों ने मेरे बेटे मारे, औरतां मारियां, सिख संगतां मारियां, घोड़े लूटे, सो तेरी इंसाफी कर ऐसा होया है। पर ना भुल कि यह बेइंसाफी सिर्फ तेरे घर ही है। साहिब के घर तां ऐसा इंसाफ है, ना तिल जितनी बुराई किसी की गवावता है। जद परवरदिगार अदालतपुर बैसेगा और तुम स्यों पूछेगा, जो रामदास तेरा की बिगाड़िया सी, जो उसके साथ तू ऐसी तादी कीती, तब तू क्या जवाब करेगा। खबरदार हो, ओह वक्त आया कि आया, जितने दोजक बनाए हन इतने बेइंसाफी दे निमित्त बनाए हन। उत्थे बादशाह और कीड़ा बराबर है, कीड़े दी पुकार पहले सुनता है। भाव निमरता वाले दी। तैनू जे यह गुमान है कि तू मेहनत करके खावता है, तो सब घोड़े पशु मेहनत घाल करके खांदे हन। जे तैनू यह गुमान है कि कुरान पढ़न करके बख्शिया जाएगा, जुबान साथ कुरान पढ़िया तो क्या हुआ, अमला बिना निबेड़ा नहीं। दगरा पंछी ऊपर कुरान लिखिया कहा जाता है, कौन ओह औलिया हो गया। जे तैनू यह गुमान है कि बंदगी करदा रहा है, बंदगी इसदा नाम नहीं जो 4 आयतां मुख तो पढ़ छड्डियां। खास बंदगी नफ्स दी मुखालफत है, मन स्यों उल्टा बरतना ठीक बंदगी है। मन का कहा ना करना, सो तू उल्टा अपने मन का करदा रहा है। मन की खुशी दे निमित्त अपना बाप मारिया, मन की खुशी निमित्त अपने भाई मारे। दारा सुजा और मुराद मुकाया, सो तैं बंदगी कौन सी कीती है। दुनिया दे प्यार वाले नू कुरान विच कुत्ता कहा है, जो आल दुनिया जीवत नव ताल बाहा की लबान, यह दुनिया मुरदार है, तिस दा तालिब कुत्ता है। तां तैं कुत्तियां दी सिफत पैगंबर क्यों कर भरता है। जे तैनू यह गुमान है कि बुत प्रस्ती दूर कीती है, यह गुमान भी झूठा है। सो जिस वक्त तैं बुत ढाहे मंदिर गिराए, घर घर बुत होर बन आए, किन्हें आटे के बुत बनाए, किन्हू मोम के बुत बनाए, किन्हू माटी के बुत बनाए, अपना नेम साध कर रोटी खाई। सो जे तू एक बुत ना तोड़दा तां लखां बुत बनदे ना हुंदे। खास बुत दी मां खुदी है, सब बुतां दी खुदी नू जिन्हां ने मारिया है, खास बुत उन्हां ने ही ढाया है। जे तैनू गुमान है कि तू शहरां उपर कायम है, जो सब ही पंथों के शहर एक समान हन, जद पंथों के शहर करके बख्शे जाते, तब साहिब दा भजन कौन करदा। जो साहिब दो भजन बिना और साहिब लोकां दी खुशी बिना ही मुक्त होना चाहुंदा है, तिस दा दावा झूठा है। जे तैनू यह गुमान है कि लोग तेरा जस करदे हन, जस प्रयोजन निमित्त लोक फिराउन दा भी करदा सी, सो तिस फिराउन नू परवरदिगार दोजक विच जलाया है। अते खास जस यह है जिस दा हिरदा साहिब लोकां दे हजूर होआ है, जिस विच आजजी भाव निमरता है, लोक भलाई है। जे तैनू यह ख्याल है कि अल्लाह सतार है, पढ़दा पाउंदा है, पर जाद यह भी रख सतारी उन्हां नूं ही मिलदी है जिन्हां सतारी दिखाई है। फिर मस्कीना उपर सतारी हुंदी है, जिस दे हिरदे विच खुदी दा सुभाव नहीं पाया जांदा, सतारी उन्हां ते ही हुंदी है। खुदा दे हत्थ विच सतारी अते कहारी दियां कड़छियां हन। जब तू किसे ते सतारी कीती होवेगी तां तेरे ते भी सतारी दी कड़छी डारेगा, पर जे तू किसे उपर कहारी कीती होवेगी तां तेरे उपर भी कहारी दी कड़छी डारेगा। अंत विच गुरु जी ने लिखिया, तू खबरदार हो, खालसा पैदा होया है, तेरे वर्गे बुतां नूं ढाउण वाला खालसा पैदा होया है, तैनूं छड्डेगा नहीं। तवारीख पंजाब वाला कहंदा है कि यह खत, जिसनूं जफरनामा कहंदे हन, गुरु गोबिंद सिंह जी ने औरंगजेब नूं लिखिया। उस खत विच बादशाह लई करारे अते करड़े शब्द वरते। ओह खत अपने प्यारे
ਦਇਆ ਸਿੰਘ ਹੱਥ ਬਾਦਸ਼ਾਹ ਤੱਕ ਪਹੁੰਚਾਇਆ। ਜਦ ਭਾਈ ਦਇਆ ਸਿੰਘ ਖਤ ਲੈ ਕੇ ਔਰੰਗਜ਼ੇਬ ਕੋਲ ਔਰੰਗਾਬਾਦ ਪੁੱਜਾ ਤਾਂ ਉਸਨੇ ਰਾਜੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਬਾਦਸ਼ਾਹ ਬੋਲਿਆ ਕਿ ਖਾਲਸੇ ਨੇ ਇਤਨੀ ਜਲਦੀ ਕਿਉਂ ਕੀਤੀ? ਉੱਤਰ ਮਿਲਿਆ, ਤੇਰੀ ਜਲਦੀ ਕਰਕੇ। ਫਿਰ ਬਾਦਸ਼ਾਹ ਨੇ ਪੁੱਛਿਆ ਕਿ ਗੁਰੂ ਜੀ ਕੋਈ ਕਰਾਮਾਤ ਵੀ ਰੱਖਦੇ ਹਨ? ਭਾਈ ਦਇਆ ਸਿੰਘ ਨੇ ਮੋੜਵਾਂ ਉੱਤਰ ਦਿੱਤਾ, ਉਹਨਾਂ ਦੇ ਤਾਂ ਕੁੱਤਿਆਂ ਵਿੱਚ ਵੀ ਕਰਾਮਾਤਾਂ ਹਨ। ਗੁਰੂ ਜੀ ਦਾ ਪੱਤਰ ਪੜ੍ਹਨ ਉਪਰੰਤ ਔਰੰਗਜ਼ੇਬ ਨੇ ਪੰਜਾਬ ਦੇ ਹਾਕਮਾਂ ਪਾਸ ਹਦਾਇਤਾਂ ਭੇਜੀਆਂ ਕਿ ਉਹ ਗੁਰੂ ਜੀ ਨਾਲ ਸਿਦਕ ਸਫਾਈ ਨਾਲ ਪੇਸ਼ ਆਉਣ। ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ ਜਦ ਪਹਿਲੀ ਚਿੱਠੀ ਦਾ ਉੱਤਰ ਗੁਰੂ ਜੀ ਕੋਲ ਪੁੱਜਾ ਤਾਂ ਉਹਨਾਂ ਦੂਜੀ ਚਿੱਠੀ ਲਿਖੀ, ਜਿਸ ਦਾ ਭਾਵ ਸੀ ਕਿ ਸਾਡੇ ਆਗੂ ਬਾਬਾ ਨਾਨਕ ਨੇ ਸਾਡੇ ਧਰਮ ਦੀ ਨੀਂਹ ਰੱਬ ਦੀ ਏਕਤਾ ਵਾਲੇ ਸਿਧਾਂਤ ਉੱਤੇ ਰੱਖੀ ਸੀ ਅਤੇ ਹੋਰ ਕਿਸੇ ਧਰਮ ਦੀ ਨਕਲ ਨਹੀਂ ਕੀਤੀ ਅਤੇ ਨਾ ਹੀ ਕਿਸੇ ਧਰਮ ਦੀ ਮਰਿਆਦਾ ਅਪਣਾਈ ਹੈ। ਹਿੰਦੂਆਂ ਦਾ ਇੱਕ ਟੋਲਾ ਸਦਾ ਸਾਡੇ ਨਾਲ ਵੈਰ ਕਰਦਾ ਰਿਹਾ ਹੈ। ਅਸੀਂ ਜੀਵਨ ਵਿੱਚ ਸਿਵਾਏ ਸੰਗਰਾਮ ਤੋਂ ਹੋਰ ਕੁਝ ਨਹੀਂ ਦੇਖਿਆ। ਅਕਾਲ ਪੁਰਖ ਤੋਂ ਬਗੈਰ ਕੋਈ ਆਸਰਾ ਨਹੀਂ। ਵਾਹਿਗੁਰੂ ਅਕਾਲ ਪੁਰਖ ਨੇ ਵੈਰੀਆਂ ਤੇ ਸਾਨੂੰ ਵਿਜੇ ਬਖਸ਼ੀ ਹੈ, ਪਰ ਕੀਨੇ ਦੀ ਅੱਗ ਹੋਰ ਭੜਕ ਉੱਠੀ। ਸਰਹਿੰਦ ਦੇ ਨਿਰਦਈ ਹਾਕਮ ਨੂੰ ਨਾ ਰੱਬ ਦਾ ਖੌਫ, ਨਾ ਕਿਸੇ ਦੀ ਲੱਜਿਆ ਅਤੇ ਨਾ ਹੀ ਬਾਦਸ਼ਾਹ ਦੀ ਪਰਵਾਹ ਸੀ। ਉਸ ਨੇ ਦੋਵੇਂ ਬੱਚਿਆਂ ਨੂੰ ਪੱਕੀਆਂ ਇੱਟਾਂ ਦੀ ਕੰਧ ਵਿੱਚ ਚਿਣਵਾ ਦਿੱਤਾ। ਦੋਵੇਂ ਬੱਚੇ ਵੀ ਆਪੂ ਭੇਜੇ। ਅਸੀਂ ਇਕੱਲਿਆਂ ਰਹਿ ਗਏ। ਅਸੀਂ ਵੀ ਬਾਹਰ ਆਏ ਅਤੇ ਜਾਣ ਵਾਰਨ ਲਈ ਤੁੱਲ ਪਏ, ਪਰ ਸਾਡਾ ਸਮਾਂ ਅਜੇ ਨਹੀਂ ਪੁੱਜਾ। ਇਸ ਲਈ ਕਿਸੇ ਦੀ ਕੀ ਮਜਾਲ ਸੀ ਕਿ ਸਾਡਾ ਵਾਲ ਵੀ ਵਿੰਗਾ ਕਰਦਾ। ਵੈਰੀ ਸਾਡੇ ਸਾਹਮਣੇ ਇਸ ਤਰ੍ਹਾਂ ਨੱਠੇ ਜਿਵੇਂ ਭੇਡਾਂ ਸ਼ੇਰ ਸਾਹਮਣੇ ਭੱਜਦੀਆਂ ਹਨ। ਸਰਹਿੰਦ ਦੀਆਂ ਫੌਜਾਂ ਨੇ ਪਿੱਛਾ ਕੀਤਾ, ਪਰ ਸਾਡੇ ਇੱਕ ਹੱਲਾ ਕਰਨ ਦੀ ਦੇਰ ਸੀ ਕਿ ਉਹ ਟਿਕ ਨਾ ਸਕੀਆਂ। ਪੁੱਤਰ ਤੇ ਸਰਬੰਸ ਵਾਰਿਆ ਹੈ। ਬਿਨਾਂ ਅਕਾਲ ਪੁਰਖ ਦੇ ਸਾਨੂੰ ਕਿਸੇ ਦਾ ਡਰ ਨਹੀਂ, ਪਰ ਸਾਨੂੰ ਵਿਸ਼ਵਾਸ ਹੈ ਕਿ ਸਾਡੇ ਡੁੱਲੇ ਲਹੂ ਦਾ ਇੱਕ ਇੱਕ ਕਤਰਾ ਵੀ ਵਿਅਰਥ ਨਹੀਂ ਜਾਵੇਗਾ। ਜੋ ਬੀਤੀ ਹੈ ਅਨਿਆਏ ਹੈ। ਜਿਸ ਦਿਨ ਸੱਚੇ ਪਾਤਸ਼ਾਹ ਦੀ ਦਰਗਾਹ ਵਿੱਚ ਪੇਸ਼ੀ ਹੋਵੇਗੀ, ਤੁਹਾਨੂੰ ਇਸ ਦਾ ਜਵਾਬ ਦੇਣਾ ਪਵੇਗਾ। ਉਸ ਸਮੇਂ ਤੁਸੀਂ ਕੀ ਮੂੰਹ ਦਿਖਾਓਗੇ? ਸਾਨੂੰ ਤੁਹਾਡੇ ਪਾਸ ਆਉਣ ਵਿੱਚ ਕੋਈ ਇਨਕਾਰ ਨਹੀਂ, ਪਰ ਚਿੱਠੀ ਦੀ ਉਡੀਕ ਜ਼ਰੂਰ ਕਰਾਂਗੇ। ਸ਼ਾਹੀ ਅਲੰਕਾਰਾਂ ਨੂੰ ਗੁਰੂ ਜੀ ਨੇ ਤੋਹਫੇ ਦਿੱਤੇ। ਔਰੰਗਜ਼ੇਬ ਨੇ ਵੀ ਸਿੰਘਾਂ ਨੂੰ ਤੋਹਫੇ ਦਿੱਤੇ। ਫਿਰ ਇੱਕ ਸਨੇਹ ਭਰਿਆ ਪੱਤਰ ਵੀ ਔਰੰਗਜ਼ੇਬ ਨੇ ਗੁਰੂ ਜੀ ਨੂੰ ਲਿਖਿਆ ਕਿ ਸਾਰੀਆਂ ਵਿਰੋਧੀ ਕਾਰਵਾਈਆਂ ਬੰਦ ਕਰ ਦਿੱਤੀਆਂ ਜਾਣ। ਇਹ ਵੀ ਭਾਈ ਸੇਵਾ ਰਾਮ ਨੇ ਲਿਖਿਆ ਹੈ ਕਿ ਭਾਈ ਦਇਆ ਸਿੰਘ ਜੀ ਨੇ ਔਰੰਗਜ਼ੇਬ ਸਾਹਮਣੇ ਵੀਰਤਾ ਦੇ ਸ਼ਬਦ ਦੁਹਰਾਏ। ਜਦ ਉਸ ਪੁੱਛਿਆ ਕਿ ਸੱਚਮੁੱਚ ਖਾਲਸਾ ਪੈਦਾ ਹੋ ਗਿਆ ਹੈ, ਤਾਂ ਭਾਈ ਦਇਆ ਸਿੰਘ ਜੀ ਨੇ ਕਿਹਾ, ਹਾਂ ਪੈਦਾ ਹੋ ਗਿਆ ਹੈ। ਇਹ ਸੁਣਦੇ ਸਾਰ ਔਰੰਗਜ਼ੇਬ ਦਾ ਰੰਗ ਪੀਲਾ ਪੈ ਗਿਆ। ਤਖਤਾਂ ਦੇ ਮਾਲਕਾਂ ਵਿੱਚ ਹਲਚਲ ਖਾਲਸੇ ਨੇ ਮਚਾ ਦਿੱਤੀ। ਜ਼ਫ਼ਰਨਾਮੇ ਦਾ ਕਿਤਨਾ ਕੁ ਪ੍ਰਭਾਵ ਔਰੰਗਜ਼ੇਬ ਤੇ ਪਿਆ, ਉਸਦਾ ਪ੍ਰਮਾਣ ਉਸਦੇ ਲਿਖੇ ਸ਼ਿਕਸਤਨਾਮੇ ਤੋਂ ਪ੍ਰਗਟ ਹੁੰਦਾ ਹੈ, ਜੋ ਉਸਨੇ ਆਪਣੇ ਬੇਟੇ ਆਜ਼ਮ ਨੂੰ ਲਿਖਿਆ। ਜਾਦੂਨਾਥ ਸਰਕਾਰ ਦੇ ਕਥਨ ਅਨੁਸਾਰ ਔਰੰਗਜ਼ੇਬ ਨੇ ਲਿਖਿਆ, ਪਿਛਲੀ ਉਮਰੇ ਬੁਢੇਪੇ ਦੀ ਕਮਜ਼ੋਰੀ ਨੇ ਢਾਹ ਲਿਆ ਹੈ। ਮੇਰੇ ਅੰਗ ਅਤੇ ਨੈਣ ਸ਼ਕਤੀਹੀਨ ਹੋ ਗਏ ਹਨ। ਮੈਂ ਇਕੱਲਾ ਆਇਆ ਸੀ ਤੇ ਹੁਣ ਇਕੱਲਾ ਹੀ ਜਾ ਰਿਹਾ ਹਾਂ। ਮੈਨੂੰ ਇਤਨਾ ਵੀ ਗਿਆਨ ਨਹੀਂ ਕਿ ਮੈਂ ਕੌਣ ਹਾਂ, ਕੀ ਕਰਦਾ ਰਿਹਾ ਹਾਂ ਅਤੇ ਕਿੱਥੇ ਜਾਣਾ ਹੈ। ਜੋ ਸਮਾਂ ਬੰਦਗੀ ਤੋਂ ਬਗੈਰ ਮੈਂ ਗੁਜ਼ਾਰ ਦਿੱਤਾ, ਉਸ ਦਾ ਮੈਨੂੰ ਪਛਤਾਵਾ ਹੈ। ਮੈਂ ਆਪਣੇ ਰਾਜ ਵਿੱਚ ਚੰਗੀ ਹਕੂਮਤ ਨਹੀਂ ਕਰ ਸਕਿਆ ਅਤੇ ਨਾ ਹੀ ਲੋਕਾਂ ਦਾ ਪਿਆਰ ਜਿੱਤ ਸਕਿਆ ਹਾਂ। ਮੈਂ ਦੁਨੀਆ ਵਿੱਚ ਖਾਲੀ ਹੱਥ ਆਇਆ ਸਾਂ, ਪਰ ਜਾਂਦੀ ਵਾਰੀ ਪਾਪਾਂ ਦਾ ਭਾਰ ਨਾਲ ਲੈ ਕੇ ਜਾ ਰਿਹਾ ਹਾਂ। ਪਤਾ ਨਹੀਂ ਕਿ ਕੀਤੇ ਗੁਨਾਹਾਂ ਬਦਲੇ ਮੈਨੂੰ ਕਿਤਨੀ ਕੁ ਸਜ਼ਾ ਮਿਲੇਗੀ। ਸਭ ਕੁਝ ਕੋਲ ਹੁੰਦਿਆਂ ਔਰੰਗਜ਼ੇਬ ਸ਼ਿਕਸਤਨਾਮਾ ਲਿਖ ਰਿਹਾ ਸੀ ਅਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਸਭ ਕੁਝ ਲੋਕਾਂ ਦੀ ਨਜ਼ਰ ਵਿੱਚ ਗਵਾ ਕੇ ਫਤਿਹਨਾਮਾ ਅਤੇ ਜ਼ਫ਼ਰਨਾਮਾ ਲਿਖ ਰਹੇ ਸਨ। ਹਮੀਦ ਉਦ ਦੀਨ ਨੇ ਆਪਣੀ ਪੁਸਤਕ ਦੇ ਪੰਨਾ 183 ਤੇ ਔਰੰਗਜ਼ੇਬ ਦੀ ਆਖਰੀ ਵਸੀਅਤ ਲਿਖੀ ਹੈ। ਉਸ ਦੇ ਸਿਰਹਾਣੇ ਹੇਠੋਂ ਕਾਗਜ਼ ਦੇ ਟੁਕੜੇ ਨਿਕਲੇ ਸਨ। ਉਸ ਟੁਕੜੇ ਤੇ ਲਿਖੇ ਕੁਝ ਅੰਸ਼ ਇਸ ਪ੍ਰਕਾਰ ਹਨ। ਕੋਈ ਸ਼ੱਕ ਨਹੀਂ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ ਹਾਂ, ਪਰ ਅਫਸੋਸ ਹੈ ਕਿ ਕੋਈ ਭਲਾ ਕਾਰਜ ਨਹੀਂ ਕੀਤਾ। ਮੇਰੀ ਅੰਦਰਲੀ ਆਤਮਾ ਫਿਟਕਾਰ ਕੇ ਮੈਨੂੰ ਕਹਿ ਰਹੀ ਹੈ, ਮੈਂ ਗੁਨਾਹਗਾਰ ਹਾਂ। ਮੇਰੇ ਖਾਦਮ ਆਇਆ ਬੇਗ ਪਾਸ ਮੇਰਾ ਇੱਕ ਬਟੂਆ ਹੈ। ਇਸ ਬਟੂਏ ਵਿੱਚ 4 ਰੁਪਏ 2 ਆਨੇ ਆਪਣੀ ਕਮਾਈ ਦੇ ਰੱਖੇ ਹਨ। ਮੇਰੀ ਮੁਰਦਾ ਲਾਸ਼ ਨੂੰ ਢੱਕਣ ਲਈ ਜੋ ਕਫਨ ਖਰੀਦਣਾ ਹੈ, ਉਹਨਾਂ ਇਹ 4 ਰੁਪਇਆਂ ਅਤੇ 2 ਆਨਿਆਂ ਦੀ ਰਕਮ ਨਾਲ ਖਰੀਦਿਆ ਜਾਵੇ। ਮੇਰੇ ਪਾਪੀ ਜਿਸਮ ਨੂੰ ਢੱਕਣ ਲਈ ਹੋਰ ਕਿਧਰੋਂ ਕੋਈ ਖਰਚ ਨਾ ਕੀਤਾ ਜਾਏ। ਮੇਰੀ ਕਬਰ ਸੰਘਣੇ ਜੰਗਲ ਵਿੱਚ ਖੋਦਣੀ। ਜਦ ਮੈਨੂੰ ਦਫਨਾਇਆ ਜਾਵੇ ਤਾਂ ਮੇਰਾ ਮੂੰਹ ਨੰਗਾ ਰੱਖਣਾ। ਮੇਰੇ ਮੂੰਹ ਤੇ ਮਿੱਟੀ ਨਾ ਪਾਉਣੀ। ਮੈਂ ਸੁਣ ਰੱਖਿਆ ਹੈ ਕਿ ਨੰਗੇ ਮੂੰਹ ਜਾਣ ਵਾਲੇ ਦੇ
ਵੱਡੀ ਅਦਾਲਤ ਵਿੱਚ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ। ਪਿਛਲੇ ਮਹੀਨਿਆਂ ਤੋਂ ਸਿਪਾਹੀਆਂ ਫੌਜੀਆਂ ਨੂੰ ਤਨਖਾਹਾਂ ਨਹੀਂ ਦੇ ਸਕਿਆ। ਖਜ਼ਾਨਾ ਬਿਲਕੁਲ ਖਾਲੀ ਹੈ। ਤਨਖਾਹ ਦਿਲਵਾਉਣ ਦਾ ਇੰਤਜ਼ਾਮ ਕੀਤਾ ਜਾਵੇ। ਨਿਆਮਤ ਅਲੀ ਨਾਂ ਦੇ ਖਾਦਮ ਨੇ ਬਹੁਤ ਸੇਵਾ ਕੀਤੀ ਹੈ। ਜਦ ਮੇਰਾ ਜਿਸਮ ਮਲਮੂਤ ਨਾਲ ਲਿਬੜ ਜਾਂਦਾ ਸੀ ਤਾਂ ਇਹ ਹੀ ਸਾਫ਼ ਕਰਦਾ ਸੀ। ਇਸ ਨੇ ਮੇਰੇ ਵਿਛਾਉਣੇ ਨੂੰ ਮੈਲਾ ਨਹੀਂ ਹੋਣ ਦਿੱਤਾ। ਕਬਰ ਦੇ ਨੇੜੇ ਤੇੜੇ ਕੋਈ ਦਰਖਤ ਨਾ ਲਗਾਉਣਾ। ਮੇਰੇ ਜੈਸੇ ਪਾਪੀ ਨੂੰ ਕੋਈ ਹੱਕ ਨਹੀਂ ਕਿ ਉਸਦੀ ਲਾਸ਼ ਵੀ ਠੰਡੀ ਛਾਂ ਦਰਖਤ ਦੀ ਮਾਣੇ। ਅੰਤ ਵਿੱਚ ਉਸ ਲਿਖਿਆ, ਰੱਬ ਕਿਸੇ ਨੂੰ ਬਾਦਸ਼ਾਹ ਨਾ ਬਣਾਵੇ। ਬਾਦਸ਼ਾਹ ਦੁਨੀਆ ਦਾ ਸਭ ਤੋਂ ਬਦਬਖਤ ਮਨੁੱਖ ਹੁੰਦਾ ਹੈ। ਮੇਰੇ ਪਾਪਾਂ ਦਾ ਜ਼ਿਕਰ ਰੱਬ ਵਾਸਤੇ ਨਾ ਕੀਤਾ ਜਾਏ। ਮੇਰੀ ਜ਼ਿੰਦਗੀ ਅਜਾਈ ਗਈ। ਮੇਰੀ ਜ਼ਿੰਦਗੀ ਦੀ ਕੋਈ ਕਹਾਣੀ ਨਾ ਦੱਸੀ ਜਾਏ। ਮੁਕਤਸਰ ਦੀ ਆਖਰੀ ਜੰਗ। ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਪਿੰਡ ਬਹੁਤੀ ਦੇਰ ਟਿਕਣਾ ਖਤਰੇ ਤੋਂ ਖਾਲੀ ਨਾ ਜਾਣਿਆ ਅਤੇ ਉੱਥੋਂ ਆਪ ਜੀ ਕੋਟਕਪੂਰੇ ਵੱਲ ਚੱਲ ਪਏ। ਕੂਪਰਾ ਅਜੀਬ ਜਿਹੀ ਸ਼ਖਸੀਅਤ ਸੀ। ਉੱਤੋਂ ਤਾਂ ਉਹ ਗੁਰੂ ਜੀ ਦੇ ਵੱਲ ਦੀ ਹੀ ਗੱਲ ਕਰਦਾ ਸੀ ਅਤੇ ਭੇਟਾ ਆਦਿ ਵੀ ਅੱਗੇ ਰੱਖਦਾ ਸੀ। ਇੱਕ ਪਾਸੇ ਤਾਂ ਜਦ ਉਹ ਗੁਰੂ ਜੀ ਨੂੰ ਮਿਲਣ ਆਇਆ ਤਾਂ ਇਹ ਆਖਿਆ ਕਿ ਤੁਹਾਡੇ ਵਿੱਚ ਹੀ ਸ਼ਕਤੀ ਹੈ ਜੋ ਕਾਇਰਾਂ ਕਮਜ਼ੋਰਾਂ ਨੂੰ ਸੂਰਬੀਰ ਬਣਾ ਦਿੰਦੀ ਹੈ। ਪਰ ਦੂਜੇ ਦਿਨ ਜਦ ਦਰਸ਼ਨਾਂ ਨੂੰ ਆਇਆ ਤਾਂ ਧੂੜਾਂ ਉਡਾਉਂਦਾ ਭਾਈ ਮੈਲਾਗਰ ਸਿੰਘ ਜੀ ਨੂੰ ਕਹਿਣਾ ਹੀ ਪਿਆ ਕਿ ਅਦਬ ਨਾਲ ਸੰਗਤ ਵਿੱਚ ਆਓ। ਕਪੂਰੇ ਨੇ ਜਦ ਸ਼ਸਤਰਾਂ ਤੇ ਚੋਰ ਹੁੰਦੀ ਦੇਖੀ ਤਾਂ ਪੁੱਛਿਆ ਕਿ ਸ਼ਸਤਰਾਂ ਤੇ ਚੋਰ ਕਿਉਂ ਕੀਤੀ ਜਾ ਰਹੀ ਹੈ ਤਾਂ ਮਹਾਰਾਜ ਨੇ ਫਰਮਾਇਆ, ਸ਼ਸਤਰ ਬਿਨਾਂ ਨਰ ਭੇਡ ਸਮਾਨ ਹੀ ਹੈ। ਪ੍ਰਥਮ ਅਕਾਲ ਪੁਰਖ ਨੇ ਖੰਡਾ ਹੀ ਰਚਿਆ ਹੈ। ਇਸ ਦਾ ਸਤਿਕਾਰ ਜ਼ਰੂਰੀ ਹੈ। ਗੁਰੂ ਜੀ ਨੇ ਇਹ ਅਨੁਭਵ ਕਰ ਲਿਆ ਕਿ ਕਪੂਰਾ ਮੁਗਲਾਂ ਦੇ ਡਰ ਤੋਂ ਸਾਥ ਦੇਣ ਲਈ ਤਿਆਰ ਨਹੀਂ, ਭਾਵੇਂ ਸਿੱਖ ਹੋਣ ਦਾ ਜ਼ਿਕਰ ਵਾਰ-ਵਾਰ ਕਰਦਾ ਹੈ। ਗੁਰੂ ਜੀ ਨੇ ਉਸ ਕੋਲੋਂ ਸਿਰਫ ਇਤਨੀ ਸਹਾਇਤਾ ਚਾਹੀ ਕਿ ਉਹ ਮਾਰਗ ਦੀ ਦੱਸ ਪਾ ਦੇਵੇ ਅਤੇ ਇਹ ਸੂਹ ਦੇਵੇ ਕਿ ਮੁਗਲ ਫੌਜਾਂ ਕਿਸ ਪਾਸਿਓਂ ਆ ਰਹੀਆਂ ਹਨ। ਉਸ ਨੇ ਮੂੰਹ ਰੱਖਣ ਲਈ ਆਪਣੇ ਭਤੀਜੇ ਖਾਨ ਬਰਾੜ ਨੂੰ ਗੁਰੂ ਜੀ ਨਾਲ ਘੱਲ ਦਿੱਤਾ। ਉੱਥੋਂ ਗੁਰੂ ਜੀ ਜੈਤੋ ਦੀ ਜੂਹ ਵਿੱਚ ਪੁੱਜੇ। ਉੱਥੋਂ ਹੀ ਭਾਈ ਬਹਿਲੋ ਦੀ ਸੰਤਾਨ ਦੇ ਪ੍ਰੇਮੀ ਬੱਚੇ ਦਰਸ਼ਨਾਂ ਨੂੰ ਆਏ। ਉੱਥੇ ਕੁਝ ਚਿਰ ਸਿੱਖਾਂ ਨੂੰ ਤੀਰ ਅੰਦਾਜ਼ੀ ਦਾ ਅਭਿਆਸ ਕਰਾਉਂਦੇ ਰਹੇ ਅਤੇ ਫੌਜਾਂ ਨੂੰ ਨਵੇਂ ਸਿਰਿਓਂ ਤਰਤੀਬ ਦਿੱਤੀ। ਕੁਝ ਚਿਰ ਉੱਥੇ ਟਿਕਣ ਉਪਰੰਤ ਆਪ ਜੀ ਚੌਤੜਾ ਪਿੰਡ ਆਏ। ਉੱਥੋਂ ਚੌਤੜੇ ਦੇ ਤਾਲ ਨੂੰ ਵੱਡਾ ਤੀਰਥ ਕਿਹਾ ਅਤੇ ਸਿੰਘਾਂ ਨੂੰ ਵਰਜਿਆ ਕਿ ਗੰਗਾ ਜਾਣ ਦੀ ਲੋੜ ਨਹੀਂ, ਗੰਗਾ ਤੁਹਾਡੇ ਘਰ ਹੀ ਹੈ। ਅਗਲਾ ਪੜਾਅ ਗੁਰੂ ਜੀ ਨੇ ਸੁਨੀਅਰ ਪਿੰਡ ਦੀ ਜੂਹ ਵਿੱਚ ਕੀਤਾ। ਉੱਥੇ ਦੋ ਸਿੰਘਾਂ ਭਾਈ ਸ਼ਾਮੂ ਅਤੇ ਭਾਈ ਫਤਿਹ ਨੇ ਸਭ ਸੰਗਤਾਂ ਦੀ ਸੇਵਾ ਕੀਤੀ। ਉੱਥੇ ਹੀ ਬਚਨ ਕੀਤੇ ਕਿ ਸਿੱਖ ਪਾਸ ਜਦ ਕੋਈ ਆਵੇ ਉਹ ਹੋਂਦ ਨਾ ਲੁਕਾਵੇ ਅਤੇ ਸਤਿਕਾਰ ਨਾਲ ਛਕਾਵੇ। ਦੂਜੇ ਪਾਸੇ ਆਏ ਸਿੱਖ ਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ ਕਿ ਜੋ ਉਹ ਦੇਵੇ ਭਾਉ ਅਤੇ ਸੰਤੋਖ ਵਿੱਚ ਰਹਿ ਕੇ ਛਕੇ। ਸੁਨੀਅਰ ਪਿੰਡ ਹੀ ਕਪੂਰਾ ਫਿਰ ਮਿਲਣ ਆਇਆ ਅਤੇ ਯਕੀਨ ਦਿਲਵਾਉਣਾ ਚਾਹਿਆ ਕਿ ਹਰ ਪ੍ਰਕਾਰ ਗੁਰੂ ਜੀ ਦੀ ਸੇਵਾ ਕਰੇਗਾ। ਗੁਰੂ ਜੀ ਉਸ ਦਾ ਕਾਇਰਪੁਣਾ ਜਾਣ ਗਏ ਸਨ, ਇਸ ਲਈ ਗੱਲ ਨਾ ਗੌਲੀ। ਦੀਨਾ ਤੋਂ ਲਿਖੇ ਹੋਏ ਹੁਕਮਨਾਮਿਆਂ ਨੂੰ ਮਿਲਦੇ ਸਾਰ ਸਿੰਘਾਂ ਨੇ ਕਾਂਗੜ ਦੇਸ਼ ਵੱਲ ਵਹੀਰਾਂ ਪਾ ਦਿੱਤੀਆਂ। ਤਵਾਰੀਖ ਗੁਰੂ ਖਾਲਸਾ ਦੇ ਲਿਖਾਰੀ ਨੇ ਲਿਖਿਆ ਹੈ ਕਿ ਮਾਲਵਾ ਦੇਸ਼ ਦੇ ਕਈ ਸੂਰਬੀਰ ਗੁਰੂ ਜੀ ਦੀ ਟਹਿਲ ਵਿੱਚ ਹਾਜ਼ਰ ਹੋਏ। ਮਾਝੇ ਦੇ ਸਿੰਘ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਕਾਂਗੜੇ ਦੇਸ਼ ਚੱਲ ਪਏ। ਉਹਨਾਂ ਵਿੱਚ ਉਹ ਸਿੰਘ ਵੀ ਸਨ ਜੋ ਦੁਨੀ ਚੰਦ ਨਾਲ ਦੀਵਾਰ ਟੱਪ ਕੇ ਅਨੰਦਪੁਰ ਦੀ ਚੌਥੀ ਲੜਾਈ ਵੇਲੇ ਭੱਜੇ ਸਨ। ਮਕਾਲਫ ਲਿਖਦਾ ਹੈ ਕਿ ਉਹ ਆਪਣੇ ਆਪ ਨੂੰ ਕੋਸਦੇ ਸਨ ਅਤੇ ਲਾਹਨਤਾਂ ਪਾਉਂਦੇ ਸਨ ਕਿ ਉਹ ਦੁਨੀ ਚੰਦ ਦੇ ਆਖੇ ਲੱਗ ਕੇ ਅਨੰਦਪੁਰ ਗੁਰੂ ਜੀ ਨੂੰ ਪਿੱਠ ਦੇ ਕੇ ਕਿਉਂ ਆਏ ਸਨ। ਉਹਨਾਂ ਦਰਸ਼ਨ ਕਰਨ ਵਾਲਿਆਂ ਵਿੱਚ ਮਾਝੇ ਦੀ ਪੰਚਾਇਤ ਵੀ ਸੀ ਜੋ ਇਹ ਮਤਾ ਪਕਾ ਕੇ ਆਈ ਸੀ ਕਿ ਗੁਰੂ ਜੀ ਨੂੰ ਹੋਰ ਜੰਗਾਂ ਕਰਨ ਤੋਂ ਵਰਜਾਂਗੇ ਅਤੇ ਆਰਾਮ ਨਾਲ ਦਿਨ ਕਟੀ ਕਰਨ ਲਈ ਪ੍ਰੇਰਾਂਗੇ। ਗੁਰੂ ਜੀ ਨੂੰ ਸੁਨੀਅਰ ਪਿੰਡ ਹੀ ਖਬਰ ਪੁੱਜ ਗਈ ਸੀ ਕਿ ਕਸੂਰ ਦਾ ਨਵਾਬ ਹਸਨ ਖਾਨ ਸਾਹਮਣੇ ਹਮਲਾ ਕਰਨ ਦੀ ਵਿਉਂਤ ਬਣਾ ਕੇ ਚੜ੍ਹਾਈ ਕਰ ਰਿਹਾ ਹੈ ਅਤੇ ਪਿੱਛੋਂ ਵਜ਼ੀਰ ਖਾਨ ਵੀ ਪੁੱਜ ਰਿਹਾ ਹੈ। ਗੁਰੂ ਜੀ ਨੇ ਜਦ ਪਾਣੀ ਦੀ ਢਾਬ ਦਾ ਖਿਦਰਾਣੇ ਹੋਣਾ ਸੁਣਿਆ ਤਾਂ ਵਹੀਰਾਂ ਦਾ ਮੂੰਹ ਉਧਰ ਮੋੜ ਲਿਆ। ਸੁਨੀਅਰ ਤੋਂ ਗੁਰੂ ਜੀ ਰੁਪਾਣੇ ਵੱਲ ਚੱਲ ਪਏ। ਰਾਹ ਵਿੱਚ ਜਦ ਮਹਾਰਾਜ ਦੇ ਅੰਗ ਪਾਲਕ ਭਾਈ ਦਾਨ ਸਿੰਘ ਜੀ ਨੇ ਘੋੜੇ ਜਾਣ ਭਾਈ ਨੂੰ ਤਿੱਖਾ ਦੌੜਨ ਲਈ ਚਾਬਕ ਮਾਰੀ ਤਾਂ ਆਪ ਜੀ ਨੇ ਸਮਝਾਉਂਦੇ ਹੋਏ ਫਰਮਾਇਆ, ਕਿਮ ਭਰਾਤਾ ਕੋ ਸ਼ਮਕੀ ਮਾਰੀ। ਭਾਈ ਜੀ ਨੇ ਕੀਤੀ ਅਵੱਗਿਆ ਦੀ ਖਿਮਾ ਮੰਗੀ। ਰਾਹ ਵਿੱਚ ਹੀ ਸਨ ਕਿ ਮਾਝੇ ਦੀ ਪੰਚਾਇਤ ਸਿੱਖ ਸੂਰਬੀਰ ਅਤੇ ਸੰਗਤ ਆਣ ਮਿਲੀ। ਪੰਚਾਇਤ ਦੇ ਸਿਆਣਿਆਂ ਨੇ ਆਪਣਾ ਮਤ ਦੱਸਿਆ ਅਤੇ ਬੇਨਤੀ ਕੀਤੀ, ਮਹਾਰਾਜ ਤੁਸੀਂ ਆਦਿ ਗੁਰੂ ਨਾਨਕ ਵਾਲਾ ਸ਼ਾਂਤੀ ਦਾ ਹੀ ਰਾਹ ਅਪਣਾਈ ਰੱਖੋ। ਸਾਡੇ ਲਈ ਸਿੱਖੀ ਨਿਭਾਉਣੀ ਮੁਸ਼ਕਿਲ ਹੋ ਰਹੀ ਹੈ। ਜੇ ਇਸੇ ਤਰ੍ਹਾਂ ਤੁਰਕ ਹਾਕਮਾਂ ਨਾਲ
ਰੋਜ਼ ਰੋਜ਼ ਹੀ ਯੁੱਧ ਤੇ ਝਗੜੇ ਤੁਸੀਂ ਕਰਦੇ ਰਹੇ ਤਾਂ ਸਾਥੋਂ ਸਿੱਖੀ ਨਹੀਂ ਨਿਭ ਸਕੇਗੀ। ਅਸੀਂ ਖਿੰਡੇ ਹੋਏ ਹਾਂ ਅਤੇ ਬਾਦਸ਼ਾਹ ਦੀ ਰਈਅਤ ਬਣ ਕੇ ਹੀ ਵਸ ਸਕਦੇ ਹਾਂ। ਜਿਸ ਬਾਦਸ਼ਾਹ ਦੀ ਕਮਾਨ ਵਿੱਚ ਲੱਖਾਂ ਦੀ ਫੌਜ ਤੇ ਸਾਜੋ ਸਮਾਨ ਹੈ, ਉਸ ਨਾਲ ਲੜ ਕੇ ਭਲਾ ਕੌਮ ਸਫਲ ਹੋ ਸਕਦੀ ਹੈ। ਸੋ ਜੇ ਤੁਸੀਂ ਹੁਕਮ ਕਰੋ ਤਾਂ ਹਾਕਮਾਂ ਨਾਲ ਵਿੱਚ ਪੈ ਕੇ ਸਾਰੀ ਗੱਲ ਨਿਬੇੜ ਦਈਏ। ਤੁਸੀਂ ਸਾਰੀ ਜ਼ਿੰਮੇਵਾਰੀ ਸਾਡੇ ਤੇ ਸੁੱਟੋ, ਫੈਸਲਾ ਅਸੀਂ ਕਰਵਾਵਾਂਗੇ। ਤੁਸੀਂ ਨਿਸ਼ਚਿੰਤ ਹੋ ਕੇ ਸੁਖੀ ਵਸੋ ਅਤੇ ਸਿੱਖਾਂ ਦੀ ਪ੍ਰੀਤ ਪਾਲੋ। ਅਸੀਂ ਸਿੱਖ ਰਹਾਂਗੇ ਅਤੇ ਤੁਸੀਂ ਸਾਡੇ ਗੁਰੂ ਹੀ ਬਣੇ ਰਹੋ। ਹਾਕਮਾਂ ਨਾਲ ਰੱਖ ਰਸੂਖ ਬਣਾਈ ਰੱਖਣਾ ਹੀ ਸਮੇਂ ਦੀ ਮੰਗ ਹੈ। ਗੁਰੂ ਜੀ ਨੇ ਧੀਰਜ ਅਤੇ ਠਰਮੇ ਨਾਲ ਉਹਨਾਂ ਦੀਆਂ ਵਿਚਾਰਾਂ ਸੁਣਦੇ ਕਿਹਾ, ਸਿੱਖ ਤਾਂ ਹੁੰਦੇ ਹਨ ਉਪਦੇਸ਼ ਲੈਣ ਲਈ ਗੁਰੂ ਕੋਲੋਂ, ਤੁਸੀਂ ਉਲਟ ਸਿੱਖ ਮੱਤ ਦੇਣ ਲੱਗ ਪਏ। ਅੱਜ ਸਾਡੇ ਝਗੜੇ ਨਿਬੇੜਨ ਆਏ ਹੋ। ਉਸ ਸਮੇਂ ਕਿੱਥੇ ਸਾਂ ਜਦੋਂ ਪੰਜਵੇਂ ਸਤਿਗੁਰੂ ਨਾਲ ਸਾਕਾ ਵਰਤਿਆ ਸੀ। ਉਦੋਂ ਜਾ ਕੇ ਕੁਝ ਨਾ ਬੋਲੇ, ਘਰਾਂ ਵਿੱਚ ਹੀ ਬੈਠੇ ਰਹੇ। ਤੁਸੀਂ ਤਾਂ ਇਤਨਾ ਵੀ ਨਾ ਕਿਹਾ ਕਿ ਅਸੀਂ ਗੁਰੂ ਦੇ ਸਿੱਖ ਹਾਂ। ਹੁਣ ਉਪਦੇਸ਼ ਕਰਦਿਆਂ ਲੱਜਾ ਆਉਣੀ ਚਾਹੀਦੀ ਹੈ। ਐਸੇ ਪੁਰਸ਼ਾਂ ਨੂੰ ਸਿੰਘ ਬਣਾ ਕੇ ਕੀ ਸਵਾਰਨਾ ਹੈ। ਕਿਰਪਾ ਕਰੋ ਅਤੇ ਘਰਾਂ ਨੂੰ ਮੁੜ ਜਾਓ। ਖਰੇ ਬਚਨ ਸੁਣ ਕੇ ਕਈਆਂ ਤਾਂ ਉੱਥੇ ਹੀ ਖਿਮਾ ਮੰਗੀ, ਪਰ ਕਈਆਂ ਨੇ ਗੁਰੂ ਜੀ ਨੂੰ ਇਹ ਦਰਸਾਉਣ ਲਈ ਕਿ ਸਾਰੀ ਪੰਚਾਇਤ ਇੱਕ ਹੈ, ਲਿਖ ਦਿੱਤਾ ਕਿ ਅਸੀਂ ਗੁਰੂ ਦੇ ਸਿੱਖ ਨਹੀਂ। ਇੰਜ ਪ੍ਰਤੀਤ ਹੁੰਦਾ ਹੈ ਕਿ ਇਲਾਕੇ ਦੇ ਚੌਧਰੀ ਲਾਹੌਰ ਹਕੂਮਤ ਨੂੰ ਇਹ ਆਖ ਕੇ ਆਏ ਸਨ ਕਿ ਜਾਂ ਤਾਂ ਉਹ ਗੁਰੂ ਜੀ ਨੂੰ ਆਪਣਾ ਪਕਾਇਆ ਹੋਇਆ ਮਤਾ ਬਣਵਾ ਆਉਣਗੇ ਜਾਂ ਉਹ ਗੁਰੂ ਨਾਲੋਂ ਸਦੀਵੀ ਸੰਬੰਧ ਤੋੜ ਆਉਣਗੇ। ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਹੈ, ਜੋ ਬੇਮੁਖ ਸਿਦਕ ਬਿਨ ਸਿਮਰ ਪੰਚਾਇਤ ਬਾਤ, ਲਿਖਿਓ ਬਿਦਾਵਾ ਦੇਰ ਬਿਨ ਗੁਰ ਸਿੱਖ ਨਹੀਂ ਕਦਾਤ। ਅਤੇ ਗੁਰੂ ਜੀ ਉਹਨਾਂ ਦੀ ਲਿਖਤ ਜੇਬ ਵਿੱਚ ਪਾ ਕੇ ਉੱਠੇ ਹੀ ਸਨ ਕਿ ਸੂਈਏ ਨੇ ਸੂਹ ਦਿੱਤੀ ਕਿ ਦੁਸ਼ਮਣਾਂ ਦੀ ਸੈਨਾ ਨਜ਼ਦੀਕ ਆਣ ਪੁੱਜੀ ਹੈ। ਗੁਰੂ ਜੀ ਨੇ ਆਪਣਾ ਟਿਕਾਣਾ ਇੱਕ ਉੱਚੇ ਟਿੱਬੇ ਤੇ ਕਰ ਲਿਆ। ਉੱਥੋਂ ਦੂਰ ਤੱਕ ਸਭ ਕੁਝ ਦਿਖਾਈ ਦਿੰਦਾ ਸੀ। ਮੁਗਲ ਫੌਜਾਂ ਨੂੰ ਦੋਵੇਂ ਪਾਸਿਓਂ ਆਉਂਦਾ ਦੇਖ ਕੇ ਅਣਖੀਲੇ ਸਿੰਘ ਜਾਨਾਂ ਵਾਰਨ ਲਈ ਤਿਆਰ ਹੋ ਗਏ। ਕੁਝ ਉੱਥੇ ਹੀ ਬੈਠੇ ਰਹੇ। ਭਾਈ ਰਾਏ ਸਿੰਘ ਜੀ ਨੇ ਮੌਕਾ ਸੰਭਾਲਦੇ ਹੋਏ ਇੱਕ ਲਕੀਰ ਪਾਈ ਅਤੇ ਵੰਗਾਰਦੇ ਹੋਏ ਕਿਹਾ, ਜੋ ਗੁਰੂ ਤੋਂ ਕੁਰਬਾਨ ਹੋਣ ਲਈ ਤਿਆਰ ਹਨ ਉਹ ਲਕੀਰ ਟੱਪ ਆਉਣ। ਦੇਖਦੇ ਹੀ ਦੇਖਦੇ 40 ਸਿੰਘ ਲਕੀਰ ਟੱਪ ਆਏ। ਭਾਈ ਰਾਏ ਸਿੰਘ ਜੀ ਭਾਈ ਮਣੀ ਸਿੰਘ ਜੀ ਦੇ ਭਰਾ ਸਨ। ਭਾਈ ਰਾਏ ਸਿੰਘ ਜੀ ਦੀ ਅਗਵਾਈ ਹੇਠ ਉਹਨਾਂ ਸੂਰਬੀਰਾਂ ਨੇ ਖਦਰਾਣੇ ਦੀ ਢਾਬ ਦੀ ਹੇਠਲੀ ਢਲਾਣ ਮੰਨ ਲਈ। ਬਾਕੀ ਸਿੰਘਾਂ ਨੇ ਆਪਣੇ ਭੂਰੇ ਤੇ ਕਸ਼ਹਿਰੇ ਤਾਣ ਛਾਉਣੀਆਂ ਵਾਲਾ ਵਾਤਾਵਰਨ ਬਣਾ ਲਿਆ। ਗੁਰੂ ਜੀ ਨੇ ਮੋਰਚਾ ਪੱਕਾ ਕਰ ਲਿਆ। ਯੁੱਧ ਅੰਮ੍ਰਿਤ ਵੇਲੇ ਆਰੰਭ ਹੋ ਗਿਆ। ਮਹਾਰਾਜ ਪਾਠ ਕਰਦੇ ਪਏ ਸਨ। ਮੁਗਲ ਫੌਜਾਂ ਦਾ ਪਹਿਲਾ ਟਾਕਰਾ ਭਾਈ ਰਾਏ ਸਿੰਘ ਦੇ ਸਿੰਘਾਂ ਨਾਲ ਹੋਇਆ। ਉਹਨਾਂ 40 ਸਿੰਘਾਂ ਨੇ ਐਸੀ ਰਣਨੀਤੀ ਅਪਣਾਈ ਕਿ ਇੱਕ ਇੱਕ ਹੀ ਅਗਾਂਹ ਟਾਕਰੇ ਤੇ ਜਾਏ। ਉਸ ਪਿੱਛੇ 5 ਹੋਰ ਉਸ ਦੀ ਸਹਾਇਤਾ ਲਈ ਨਿਕਲਣ। ਗੁਰੂ ਜੀ ਇੱਕ ਉੱਚੀ ਟਿੱਬੀ ਤੇ ਇਹ ਸਾਰਾ ਯੁੱਧ ਅੱਖੀਂ ਦੇਖ ਰਹੇ ਸਨ। ਸਿੰਘ ਜਾਨਾਂ ਹੂਲ ਰਹੇ ਸਨ। ਗੁਰੂ ਜੀ ਵੀ ਤਿੱਖੇ ਤੀਰਾਂ ਦੀ ਵਰਖਾ ਕਰਦੇ ਰਹੇ ਤਾਂ ਕਿ ਦੁਸ਼ਮਣਾਂ ਨੂੰ ਭਾਜੜ ਪਾਈ ਰਹੇ। ਦੁਸ਼ਮਣਾਂ ਨੂੰ ਸਿੱਖ ਇੱਕ ਇੱਕ ਕਰਕੇ ਹਫਾ ਮਾਰਦੇ ਰਹੇ। ਸਿੰਘਾਂ ਦਾ ਪਾਣੀ ਤੇ ਕਬਜ਼ਾ ਹੋਣ ਕਾਰਨ ਦੁਸ਼ਮਣਾਂ ਦਾ ਬਹੁਤੇ ਚਿਰ ਲਈ ਇਸ ਟਾਕਰੇ ਵਿੱਚ ਟਿਕਣਾ ਸੰਭਵ ਸੀ। ਜਦ ਜੰਗ ਲੜਦੇ ਦੁਪਹਿਰ ਹੋ ਗਈ ਤਾਂ ਦੁਸ਼ਮਣਾਂ ਨੇ ਵੀ ਤਗੜਾ ਹੱਲਾ ਬੋਲਿਆ ਅਤੇ ਗੋਲੀਆਂ ਤੇ ਗੋਲੇ ਸੁੱਟੇ। ਸਿੱਖ ਵੱਡੀ ਗਿਣਤੀ ਵਿੱਚ ਸ਼ਹੀਦ ਹੋ ਗਏ। ਸ਼ਹੀਦ ਹੋਣ ਵਾਲਿਆਂ ਦੀ ਗਿਣਤੀ 300 ਲਿਖੀ ਗਈ ਹੈ। ਭਾਈ ਰਾਏ ਸਿੰਘ ਵੀ ਜੂਝਦੇ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਏ। ਉਹਨਾਂ ਦੀ ਥਾਂ ਭਾਈ ਮਹਾ ਸਿੰਘ ਨੇ ਲੈ ਲਈ। ਗੁਰੂ ਜੀ ਲਗਾਤਾਰ ਤੀਰ ਚਲਾ ਰਹੇ ਸਨ। ਮੁਗਲਾਂ ਇਹ ਜਾਣਿਆ ਹੀ ਕਿ ਸਿੱਖ ਅਜੇ ਵੱਡੀ ਗਿਣਤੀ ਵਿੱਚ ਹਨ। ਇਹ ਵਿਚਾਰ ਕੇ ਨਵਾਬ ਨੇ ਇੱਕ ਵੱਡਾ ਹੱਲਾ ਬੋਲਣ ਲਈ ਕਿਹਾ। ਇਸ ਹੱਲੇ ਨੂੰ ਰੋਕਣ ਲਈ 11 ਸਿੰਘ ਨਿੱਤਰੇ, ਜੋ ਸਭ ਲੜਦਿਆਂ ਸ਼ਹੀਦੀਆਂ ਪਾ ਗਏ। ਜਦ ਰਾਏ ਸਿੰਘ ਜੀ ਦੇ ਜਥੇ ਦੇ ਸਮੂਹ ਸਿੰਘ ਸ਼ਹੀਦ ਹੋ ਗਏ ਤਾਂ ਗੁਰੂ ਜੀ ਨੇ ਆਪਣੇ ਜਥੇ ਦੇ ਸਿੰਘ ਅੱਗੇ ਭੇਜੇ। ਪਾਣੀ ਦਾ ਕਿਨਾਰਾ ਸਿੰਘਾਂ ਮੱਲੀ ਰੱਖਿਆ। ਮੁਗਲ ਫੌਜਾਂ ਤ੍ਰੇਹ ਨਾਲ ਹੌਂਕਣ ਲੱਗੀਆਂ। ਗੁਰੂ ਜੀ ਵੀ ਟਿੱਬੀ ਤੋਂ ਹੇਠਾਂ ਪਾਣੀ ਵਾਲੀ ਥਾਂ ਤੇ ਆ ਗਏ ਸਨ। ਨਵਾਬ ਨੇ ਜਦ ਟਿੱਬੀ ਖਾਲੀ ਦੇਖੀ ਤਾਂ ਇਹ ਕਹਿ ਕੇ ਮਨ ਪ੍ਰਸੰਨ ਕਰ ਲਿਆ ਕਿ ਗੁਰੂ ਜੀ ਸ਼ਹੀਦ ਹੋ ਗਏ ਹਨ ਤੇ ਫੌਜਾਂ ਨੂੰ ਪਿੱਛੇ ਮੁੜਨ ਦਾ ਹੁਕਮ ਦਿੱਤਾ। ਪਿੱਛੇ ਮੁੜਦੀਆਂ ਫੌਜਾਂ ਨੇ ਜਦ ਕਪੂਰ ਕੋਲੋਂ ਪਾਣੀ ਦਾ ਪੁੱਛਿਆ ਤਾਂ ਉਸ ਕਿਹਾ, ਘੱਟ ਤੋਂ ਘੱਟ 30 ਕੋਹ ਦੂਰ ਪਾਣੀ ਮਿਲੇਗਾ। ਕਪੂਰੇ ਨੇ ਇਹ ਵੀ ਢਾਰਸ ਦਿੱਤੀ ਕਿ ਗੁਰੂ ਤਾਂ ਮਾਰਿਆ ਹੀ ਗਿਆ ਹੈ, ਜੇ ਕਿਧਰੇ ਭੱਜ ਗਿਆ ਤਾਂ ਹੁਣ ਬਹੁਤ ਦੂਰ ਦੇਸ਼ ਨਿਕਲ ਗਿਆ ਹੈ। ਤੁਹਾਡਾ ਮਨੋਰਥ ਪੂਰਾ ਹੋ ਗਿਆ ਹੈ। ਫਕੀਰ ਦਾ ਪਿੱਛਾ ਕਰਕੇ ਉਸ ਕੋਲੋਂ ਕੀ ਲੈਣਾ ਜੇ, ਉਸ ਕੋਲ ਕਿਹੜਾ ਰਾਜ ਹੈ। ਇਸ ਤਰ੍ਹਾਂ ਮੁਗਲ ਮਜਬੂਰ ਹੋ ਗਏ ਅਤੇ ਪਾਣੀ ਦੀ ਤਲਾਸ਼ ਲਈ ਭੱਜ ਉੱਠੇ।
ਟੁੱਟੀ ਗੰਢੀ। ਗੁਰੂ ਗੋਬਿੰਦ ਸਿੰਘ ਜੀ ਜਾਣ ਭਾਈ ਤੇ ਸਵਾਰ ਹੋ ਕੇ ਨਿਕਟੀ ਸਿੰਘ ਸਮੇਤ ਯੁੱਧ ਵਾਲੀ ਖਾਸ ਥਾਂ ਤੇ ਪੁੱਜੇ। ਪਵਿੱਤਰ ਹੱਥਾਂ ਨਾਲ ਲਾਸ਼ਾਂ ਚੁੱਕਦੇ, ਰੁਮਾਲ ਨਾਲ ਮੁਖੜੇ ਸਾਫ਼ ਕਰਦੇ ਅਤੇ ਸੀਸ ਗੋਦ ਵਿੱਚ ਰੱਖ ਕੇ ਹਰ ਇੱਕ ਦੇ ਕਾਰਨਾਮੇ ਸੁਣ ਸੁਣ ਕੇ ਬਖਸ਼ਿਸ਼ਾਂ ਕਰਦੇ ਕਿ ਇਹ ਮੇਰਾ 5000 ਹੈ, ਇਹ 10,000 ਹੈ। ਜਿਤਨੇ ਕਦਮ ਮੋਰਚੇ ਤੋਂ ਅਗਾਂਹ ਵੱਧ ਕੇ ਕਿਸੇ ਨੇ ਯੁੱਧ ਕੀਤਾ ਸੀ, ਸ਼ਹੀਦੀ ਪਾਈ ਸੀ, ਉਤਨਾ ਹੀ ਮਨਸਬ ਉਸ ਨੂੰ ਬਖਸ਼ਦੇ। ਵੈਰੀਆਂ ਨੂੰ ਮਾਰ ਕੇ ਹੋਏ ਸ਼ਹੀਦ ਸਿੱਖਾਂ ਦੇ ਮ੍ਰਿਤਕ ਸਰੀਰਾਂ ਨੂੰ ਚਿਖਾ ਤੇ ਟਿਕਾਈ ਜਾਂਦੇ। ਗੁਰਬਿਲਾਸ ਪਾਤਸ਼ਾਹੀ 10ਵੀਂ ਦਾ ਕਹਿਣਾ ਹੈ ਕਿ ਹਰ ਇੱਕ ਨੂੰ ਛਾਤੀ ਨਾਲ ਲਗਾ ਕੇ ਪਿਆਰ ਕਰ ਰਹੇ ਸਨ। ਇਤਨਾ ਪਿਆਰ ਅੱਗੇ ਕਿਸੇ ਨਾਲ ਨਹੀਂ ਸਨ ਨੇ ਕੀਤਾ। ਜਦ 39 ਸਿੰਘਾਂ ਨੂੰ ਰਹਿਮਤਾਂ ਨਾਲ ਨਿਵਾਜ ਚੁੱਕੇ ਤਾਂ ਸਭ ਤੋਂ ਅਖੀਰ ਭਾਈ ਰਾਏ ਸਿੰਘ ਜੀ ਦੇ ਸਪੁੱਤਰ ਭਾਈ ਮਹਾ ਸਿੰਘ ਜੀ ਪਏ ਹੋਏ ਡਿੱਠੇ। ਨਬਜ਼ ਤੇ ਹੱਥ ਰੱਖਿਆ ਅਤੇ ਉਹ ਟੁਰਦੀ ਦਿਖਾਈ ਦਿੱਤੀ। ਸਾਹ ਵੀ ਆ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਵੀਰ ਆਸਣ ਲਗਾ ਕੇ ਭਾਈ ਮਹਾ ਸਿੰਘ ਦਾ ਸੀਸ ਪਾਵਨ ਪੱਟਾਂ ਤੇ ਟਿਕਾ ਕੇ ਭਾਈ ਜੀ ਦਾ ਮੂੰਹ ਜੋ ਲਹੂ ਨਾਲ ਭਰਿਆ ਹੋਇਆ ਸੀ ਹੱਥੀਂ ਪੂੰਝਿਆ, ਜਲ ਪਾਇਆ। ਭਾਈ ਸਾਹਿਬ ਨੇ ਨੈਣ ਖੋਲ੍ਹੇ। ਵਾਹ ਗੁਰੂ, ਧੰਨ ਗੁਰੂ ਦੀ ਆਵਾਜ਼ ਕੱਢੀ। ਮਹਾਰਾਜ ਨੇ ਫਰਮਾਇਆ, ਹੋਸ਼ ਸੰਭਾਲ ਧਰਮੇ ਵੀਰਾ, ਤੂੰ ਸਾਡਾ ਮਹਾਨ ਸਿੰਘ ਹੈ। ਤੂੰ ਸਿੰਘੋਤੀ ਦਿਖਾਲੀ ਹੈ ਅਤੇ ਸਾਰੇ ਮਝੈਲਾਂ ਦੀ ਰੱਖ ਵਿਖਾਲੀ ਹੈ। ਗੁਰੂ ਤੁੱਠਾ ਹੈ, ਕੁਝ ਮੰਗ, ਮੁਕਤ ਜੁਗਤ ਭੁਗਤ, ਸਭ ਕੁਝ ਤੇਰੇ ਲਈ ਹਾਜ਼ਰ ਹੈ। ਭਾਈ ਮਹਾ ਸਿੰਘ ਨੇ ਕਿਹਾ, ਤੁਹਾਡੇ ਦੀਦਾਰ ਨਾਲ ਸਭ ਕੁਝ ਪ੍ਰਾਪਤ ਹੋ ਗਿਆ ਹੈ, ਕਿਸੇ ਵਸਤੂ ਦੀ ਲੋੜ ਨਹੀਂ। ਗੁਰੂ ਜੀ ਨੇ ਫਰਮਾਇਆ, ਕੁਝ ਜ਼ਰੂਰ ਮੰਗ, ਇਹ ਸਾਡੀ ਖੁਸ਼ੀ ਹੈ। ਭਾਈ ਮਹਾ ਸਿੰਘ ਨੇ ਕਿਹਾ, ਜੇ ਤੁੱਠੇ ਹੋ ਤਾਂ ਟੁੱਟੀ ਮਿਲੇ। ਗੁਰੂ ਜੀ ਨੇ ਫਿਰ ਫਰਮਾਇਆ, ਮਹਾ ਸਿੰਘ ਕੁਝ ਹੋਰ ਮੰਗ, ਟੁੱਟੀ ਨਿਖੁੱਟੀ। ਮਹਾ ਸਿੰਘ ਨੇ ਫਿਰ ਦੁਹਰਾ ਕੇ ਕਿਹਾ, ਪਾਤਸ਼ਾਹ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਲੋੜੀਂਦਾ, ਬਸ ਟੁੱਟੀ ਮਿਲੇ। ਸਾਹਮਣੇ ਬੇਦਾਵਾ ਪਾੜੋ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਾਹ ਵਾਹ ਖਾਲਸਾ, ਧੰਨ ਖਾਲਸਾ, ਟੁੱਟੀ ਮੇਲੀ ਖਾਲਸੇ ਨੇ। ਇਤਨਾ ਪਏ ਗੁਰੂ ਜੀ ਕਹਿੰਦੇ ਸਨ ਕਿ ਮਹਾ ਸਿੰਘ ਨੇ ਪ੍ਰਾਣ ਤਿਆਗ ਦਿੱਤੇ। ਮਹਾਰਾਜ ਨੇ ਉਹ ਕਾਗਜ਼ ਖੀਸਿਓਂ ਨਿਕਾਰ ਟੋਟੇ ਟੋਟੇ ਕਰ ਦਿੱਤਾ। ਥੋੜ੍ਹੀ ਜਿਹੀ ਦੂਰ ਮਾਈ ਭਾਗੋ ਜੀ ਜ਼ਖਮੀ ਪਏ ਹੋਏ ਸਨ। ਮਹਾਰਾਜ ਉਸ ਪਾਸ ਵੀ ਪੁੱਜੇ ਅਤੇ ਬਖਸ਼ਿਸ਼ਾਂ ਕੀਤੀਆਂ। ਪਿੱਛੋਂ ਮਾਈ ਭਾਗੋ ਬਹੁਤ ਚਿਰ ਤੱਕ ਗੁਰੂ ਮਹਾਰਾਜ ਨਾਲ ਹੀ ਰਹੀ ਅਤੇ ਸਿੱਖ ਜਗਤ ਦੇਵੀ ਜਾਣ ਸਤਿਕਾਰ ਕਰਦਾ ਰਿਹਾ। ਸ਼ਾਮ ਤੱਕ ਚਿਖਾ ਤਿਆਰ ਹੋ ਗਈ। ਸਭ ਸ਼ਹੀਦ ਸਿੰਘਾਂ ਦੀਆਂ ਲੋਥਾਂ ਇੱਕ ਵੱਡੀ ਅੰਗੀਠੀ ਤੇ ਚਿਣਵਾ ਦਿੱਤੀਆਂ ਗਈਆਂ ਅਤੇ ਆਪਣੇ ਹੱਥੀਂ ਹੀ ਗੁਰੂ ਜੀ ਨੇ ਅੰਗੀਠੇ ਨੂੰ ਅੱਗ ਦਿੱਤੀ। ਜਦ ਤੱਕ ਅੰਗੀਠਾ ਬਲਦਾ ਰਿਹਾ, ਮਹਾਰਾਜ ਜੀ ਉੱਥੇ ਹੀ ਬਿਰਾਜੇ ਰਹੇ ਅਤੇ ਗੁਰਬਾਣੀ ਦਾ ਕੀਰਤਨ ਹੁੰਦਾ ਰਿਹਾ। ਗੁਰੂ ਮਹਾਰਾਜ ਜੀ ਨੇ ਉੱਥੇ ਹੀ ਬਚਨ ਕੀਤਾ, ਇਹ 40 ਹੀ ਮੁਕਤੇ ਹੋਏ, ਜਨਮ ਮਰਨ ਤੋਂ ਰਹਿਤ ਹੋਏ। ਉਹਨਾਂ ਉੱਚੀ ਪਦਵੀ ਪਾਈ, ਉਹ ਪਦਵੀ ਜੋ ਰੀਖੀਸਰਾਂ, ਤਪੀਸਰਾਂ, ਸਿੱਧ ਮੁਨੀਸਰਾਂ ਨੂੰ ਪ੍ਰਾਪਤ ਨਹੀਂ, ਪਦਵੀ ਮੁਕਤਿਆਂ ਨੂੰ ਮਿਲੀ। ਫਿਰ ਸੋਹਿਲੇ ਦੇ ਪਾਠ ਉਪਰੰਤ ਬਚਨ ਕੀਤਾ, ਇਹ ਸਾਡਾ ਦੀਵਾਨ ਕਾ ਅਸਥਾਨ ਤੇ ਮੁਕਤਿਆਂ ਦਾ ਸ਼ਹੀਦਗੰਜ ਏਕ ਸਮਾਨ ਹੈ। ਤੀਰਥ ਰਾਜ ਸ਼੍ਰੋਮਣੀ ਸ਼੍ਰੀ ਅੰਮ੍ਰਿਤਸਰ ਜਿਤਨਾ ਹੀ ਇਸ਼ਨਾਨ ਦਾ ਫਲ ਹੈ। ਇਹ ਯੁੱਧ ਪੋਹ ਦੀ ਤਹਿਰੀਕ ਬਿਕਰਮੀ 1762 ਨੂੰ ਹੋਇਆ ਸੀ। ਦਿਨ ਐਤਵਾਰ ਸੀ। ਗੁਰੂ ਜੀ ਨੇ ਜੋ ਸਨਮਾਨ, ਬਖਸ਼ਿਸ਼ਾਂ ਦੇ ਬਚਨ ਅਤੇ ਖਿਤਾਬ 40 ਮੁਕਤਿਆਂ ਨੂੰ ਦਿੱਤੇ, ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਭਾਈ ਭਾਗ ਸਿੰਘ ਅਤੇ ਭਾਈ ਦਿਲਬਾਗ ਸਿੰਘ ਜੀ ਦਾ ਮ੍ਰਿਤਕ ਸਰੀਰ ਇੱਕ ਥਾਵੇਂ ਪਿਆ ਸੀ। ਉਹਨਾਂ ਦੋਵਾਂ ਨੂੰ ਸਭ ਤੋਂ ਪਹਿਲਾਂ 5000 ਦੀ ਪਦਵੀ ਦਿੱਤੀ। ਤੀਜੇ ਭਾਈ ਮਾਨ ਸਿੰਘ ਜੀ ਨੂੰ ਕਸ਼ਮੀਰ ਦਾ ਰਾਜਾ ਕਿਹਾ। ਚੌਥੇ ਸਰਵਰ ਨਿਧਾਨ ਸਿੰਘ ਨੂੰ 20000 ਦੀ ਪਦਵੀ ਬਖਸ਼ੀ। ਅੱਗੇ ਕੁਝ ਵਾੜ ਤੇ 5 ਹੋਰ ਸਿੰਘਾਂ, ਭਾਈ ਕਰਬਾਰਾ ਸਿੰਘ, ਭਾਈ ਦਰਬਾਰਾ ਸਿੰਘ, ਭਾਈ ਦਿਆਲ ਸਿੰਘ, ਭਾਈ ਨਿਹਾਲ ਸਿੰਘ ਅਤੇ ਭਾਈ ਖੁਸ਼ਹਾਲ ਸਿੰਘ ਦੀਆਂ ਮ੍ਰਿਤਕ ਦੇਹਾਂ ਪਈਆਂ ਹੋਈਆਂ ਸਨ। ਉਹਨਾਂ ਸਾਰਿਆਂ ਨੂੰ 30000 ਦੀ ਪਦਵੀ ਦਿੱਤੀ। ਭਾਈ ਕਰਬਾਰਾ ਸਿੰਘ ਅਤੇ ਭਾਈ ਦਰਬਾਰਾ ਸਿੰਘ ਬਾਬਾ ਮੋਹਰੀ ਜੀ ਦੇ ਸਪੁੱਤਰ ਗੁਰੂ ਅਮਰਦਾਸ ਜੀ ਦੀ ਸੰਤਾਨ ਵਿੱਚੋਂ ਸਨ। ਬਾਬਾ ਮੋਹਰੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮੋਹਰੀ ਪੁੱਤਰ ਸਨਮੁਖ ਹੋਇਆ ਕਹਿ ਕੇ ਸਤਿਕਾਰਿਆ ਗਿਆ ਹੈ। ਕੁਝ ਹੋਰ ਅਗੇਰੇ 4 ਸੂਰਬੀਰਾਂ, ਭਾਈ ਗੰਡਾ ਸਿੰਘ, ਭਾਈ ਸ਼ਮੇਰ ਸਿੰਘ, ਭਾਈ ਸਿੰਘਾ ਸਿੰਘ ਭੱਲਾ ਅਤੇ ਭਾਈ ਸੁਹੇਲ ਸਿੰਘ ਦੀਆਂ ਪਾਵਨ ਲਾਸ਼ਾਂ ਪਈਆਂ ਸਨ। ਉਹਨਾਂ ਨੂੰ ਮਹਾਰਾਜ ਨੇ 40000 ਦਾ ਮਨਸਬ ਬਖਸ਼ਿਆ। ਉਸ ਤੋਂ ਕੁਝ ਦੂਰ ਭਾਈ ਚੰਬਾ ਸੰਘ ਨੂੰ ਲਾਹੌਰ ਦਾ ਸੂਬੇਦਾਰ ਅਤੇ ਭਾਈ ਗੰਗਾ ਸਿੰਘ ਨੂੰ ਸੂਰਤ ਬੰਦਰ ਦਾ ਬਾਦਸ਼ਾਹ ਹੋਣ ਦਾ ਵਰ ਦਿੱਤਾ। ਭਾਈ ਸੁਮੇਰ ਸਿੰਘ, ਭਾਈ ਸੁਲਤਾਨ ਸਿੰਘ ਦੋਵਾਂ ਨੂੰ
ਫਰਖਾਬਾਦ ਦੀ ਸੂਬੇਦਾਰੀ ਦਾ ਮਾਣ ਬਖਸ਼ਿਆ। ਭਾਈ ਮਇਆ ਸਿੰਘ ਨੂੰ 50 ਹਜ਼ਾਰੀ ਮਨਸਬ ਦਿੱਤਾ ਅਤੇ ਭਾਈ ਮੱਸਾ ਸਿੰਘ ਨੂੰ ਕੰਧਾਰ ਦਾ ਰਾਜ ਸਾਜ ਸੌਂਪਿਆ ਅਤੇ ਉਸ ਤੋਂ ਅੱਗੇ ਭਾਈ ਸਰਜਾ ਸਿੰਘ ਨੂੰ ਮ੍ਰਿਤਕ ਮਲੌੜੀ ਪਈ ਸੀ ਨੂੰ ਵੀ 50 ਹਜ਼ਾਰੀ ਮਨਸਬ ਬਖਸ਼ਿਆ। ਭਾਈ ਸਾਧੂ ਸਿੰਘ ਨੂੰ ਮੁਲਤਾਨ ਸੂਬੇ ਦਾ ਰਾਜ ਅਤੇ ਭਾਈ ਗੁਲਾਬ ਸਿੰਘ ਅਤੇ ਭਾਈ ਹਰਸਾ ਸਿੰਘ ਨੂੰ 1.25 ਲੱਖੀ ਪਦਵੀ ਬਖਸ਼ੀ। ਭਾਈ ਸੰਗਤ ਸਿੰਘ ਜੀ ਨੂੰ ਦਿੱਲੀ ਦਾ ਪਾਤਸ਼ਾਹ ਕਿਹਾ। 25ਵੇਂ ਤੇ 26ਵੇਂ ਭਾਈ ਹਰੀ ਸਿੰਘ ਅਤੇ ਭਾਈ ਧੰਨਾ ਸਿੰਘ ਨੂੰ ਮੈਣ ਦੁਆਬ ਦੀ ਮਾਲਕੀ ਬਖਸ਼ੀ। ਭਾਈ ਕਰਮ ਸਿੰਘ ਨੂੰ ਸਰਹਿੰਦ ਦੀ ਸਰਦਾਰੀ ਅਤੇ ਭਾਈ ਕੀਰਤ ਸਿੰਘ ਨੂੰ ਬਵੇਕੀ ਦੀ ਪਦਵੀ ਦਿੱਤੀ। ਭਾਈ ਲਛਮਣ ਸਿੰਘ ਅਤੇ ਭਾਈ ਬੁੱਧਾ ਸਿੰਘ ਨੂੰ ਪਰਬਤਾਂ ਦਾ ਰਾਜਾ ਬਣਾਇਆ। ਭਾਈ ਕੇਸੋ ਸਿੰਘ ਅਤੇ ਭਾਈ ਜਾਦੋ ਸਿੰਘ ਦੋਵਾਂ ਨੂੰ ਪੇਸ਼ਾਵਰ ਦਾ ਹੁਕਮਰਾਨ ਕਿਹਾ। ਭਾਈ ਸੋਭਾ ਸਿੰਘ ਨੂੰ ਕਾਬਲ ਦਾ ਸ਼ਾਹ ਅਤੇ ਭਾਈ ਜੋਗਾ ਸਿੰਘ ਨੂੰ ਰੂਮ ਤੇ ਸ਼ਾਮ ਦਾ ਬਾਦਸ਼ਾਹ ਅਤੇ ਭਾਈ ਭੰਗਾ ਸਿੰਘ ਨੂੰ ਈਰਾਨ ਦਾ ਬਾਦਸ਼ਾਹ ਹੋਣਾ ਕਿਹਾ। ਭਾਈ ਜੰਗਾ ਸਿੰਘ ਨੂੰ ਕਾਂਸ਼ੀਪਤੀ, ਭਾਈ ਧਰਮ ਸਿੰਘ ਨੂੰ ਬਲਖ ਬੁਖਾਰਾ, ਭਾਈ ਕਰਮ ਸਿੰਘ ਨੂੰ ਮੱਕੇ ਮਦੀਨੇ ਦਾ ਰਾਜ ਅਤੇ ਭਾਈ ਕਾਲਾ ਸਿੰਘ ਨੂੰ ਤੁਰਕੀ ਦਾ ਤਖਤ ਪ੍ਰਦਾਨ ਕੀਤਾ। 40ਵੇਂ ਭਾਈ ਮਹਾ ਸਿੰਘ ਜੀ ਸਨ, ਜਿਨ੍ਹਾਂ ਨੂੰ ਉਹ ਮਾਣ ਪ੍ਰਾਪਤ ਹੋਇਆ ਜੋ ਸਾਹਿਬਜ਼ਾਦਿਆਂ ਨੂੰ ਵੀ ਨਹੀਂ ਸੀ ਹੋਇਆ। ਉਹਨਾਂ ਆਪਣੇ ਆਖਰੀ ਸਵਾਸ ਦਸ਼ਮੇਸ਼ ਪਿਤਾ ਦੀ ਪਾਵਨ ਝੋਲੀ ਵਿੱਚ ਲਏ। ਭਾਗ 15 ਮੁਕਤਸਰ ਤੋਂ ਆਗਰਾ ਮੁਲਾਕਾਤਾਂ। ਬਹਾਦਰ ਸ਼ਾਹ ਵਜੀਦਪੁਰ ਵਿੱਚ ਕੌਤਕ। ਖਿਦਰਾਣੇ ਦੀ ਢਾਬ ਤੋਂ ਆਪ ਜੀ ਫਿਰੋਜ਼ਪੁਰ ਦੇ ਨੇੜੇ ਪਿੰਡ ਵਜੀਦਪੁਰ ਪੁੱਜੇ। ਉੱਥੇ ਜਦ ਲੋਕਾਂ ਨੇ ਕਿਹਾ ਕਿ ਕਸੂਰ ਨੇੜੇ ਹੈ, ਜੋ ਪਠਾਣਾਂ ਦੀ ਵੱਡੀ ਛਾਉਣੀ ਹੈ, ਜਿੱਥੇ 22 ਨੌਬਤ ਹਨ ਅਤੇ ਇਹ ਡਰ ਹੈ ਕਿ ਹਮਲਾ ਨਾ ਹੋ ਜਾਏ, ਤਾਂ ਆਪ ਜੀ ਨੇ ਕਿਹਾ ਕਿ ਹੁਣ ਤੁਰਕਾਂ ਦਾ ਤੇਜ ਢਲ ਗਿਆ ਹੈ ਅਤੇ ਨਗਾਰੇ ਖਾਲਸੇ ਦੇ ਹੀ ਵੱਜਣੇ ਹਨ। ਉੱਥੇ ਹੀ ਇੱਕ ਤਿੱਤਰ ਦਾ ਸ਼ਿਕਾਰ ਕੀਤਾ। ਤਿੱਤਰ ਨੂੰ ਪਕੜਨ ਲਈ ਬਾਜ ਦੀ ਥਾਂ ਤੇ ਕੁੱਤੇ ਤੇ ਸਿੰਘ ਦੌੜਾਏ। ਜਦ ਭਾਈ ਦਾਨ ਸਿੰਘ ਨੇ ਪੁੱਛਿਆ ਕਿ ਤਿੱਤਰ ਦਾ ਸ਼ਿਕਾਰ ਕਰਨ ਲਈ ਬਾਜ ਦੀ ਵਰਤੋਂ ਕਿਉਂ ਨਹੀਂ ਕੀਤੀ, ਤਾਂ ਫਰਮਾਇਆ ਕਿ ਤਿੱਤਰ ਪਿਛਲੇ ਜਨਮ ਜੱਟ ਸੀ ਅਤੇ ਸਾਡਾ ਬਾਜ ਇਹ ਬਾਣੀਆ। ਬਾਣੀਏ ਕੋਲੋਂ ਜੱਟ ਨੇ ਕਰਜ਼ਾ ਲਿਆ ਸੀ ਅਤੇ ਜਾਮਣ ਗੁਰੂ ਰੱਖਿਆ ਸੀ, ਸੋ ਤਿੱਤਰ ਦੇਖ ਇਹ ਬਾਜ ਫੜਫੜਾਇਆ ਹੈ ਕਿ ਜਾਮਣੀ ਪੂਰੀ ਕਰੋ। ਇਸ ਕਾਰਨ ਬਾਜ ਨੂੰ ਖੇਚਲ ਨਹੀਂ ਦਿੱਤੀ। ਥੇੜੀ ਵਿਖੇ ਉੱਥੋਂ ਰਪਾਣੇ ਹੁੰਦੇ ਹੋਏ ਥੇੜੀ ਪੁੱਜੇ। ਇੱਕ ਹੰਕਾਰੀ ਸਾਧੂ ਉੱਥੇ ਰਹਿੰਦਾ ਸੀ, ਜੋ ਆਪਣੀਆਂ ਗਾਵਾਂ ਨਾਲ ਵੱਛਿਆਂ ਦਾ ਵੱਗ ਵੀ ਛੱਡ ਦਿੰਦਾ ਸੀ ਅਤੇ ਵੱਛੇ ਦੁੱਧ ਨਹੀਂ ਸਨ ਚੁਗਦੇ। ਹੋਰ ਵੀ ਕਈ ਛੋਟੇ ਮੋਟੇ ਕਰਤੱਵ ਦਿਖਾ ਕੇ ਭੋਲੇ ਭਾਲੇ ਲੋਕਾਂ ਨੂੰ ਉਸ ਵੱਲ ਕੀਤਾ ਹੋਇਆ ਸੀ। ਮਹਾਰਾਜ ਨਾਲ ਵੀ ਉਹ ਖਹਿ ਪਿਆ, ਪਰ ਗੁਰੂ ਜੀ ਨੇ ਤੀਰ ਧਰਤੀ ਨਾਲ ਛੁਹਾ ਕੇ ਉਸ ਦੇ ਮਸਤਕ ਤੇ ਰੱਖਿਆ ਅਤੇ ਸਿਰਫ ਇਤਨਾ ਕਿਹਾ ਕਿ ਹੁਕਮਨਾਥ ਜੀ ਕੀ ਹਾਲ ਹੈ। ਉਸ ਦੀਆਂ ਸਾਰੀਆਂ ਕਰਾਮਾਤੀ ਸ਼ਕਤੀਆਂ ਉੱਡ ਪੁੱਡ ਗਈਆਂ। ਉਸ ਨੂੰ ਆਤਮਿਕ ਸ਼ਕਤੀ ਪੈਦਾ ਕਰਨ ਦਾ ਉਪਦੇਸ਼ ਦਿੱਤਾ। ਥੇੜੀ ਵਿਖੇ ਹੀ ਕਾਸਮ ਭੱਟੀ ਨਾਂ ਦੇ ਪੀਰ ਦੀ ਇੱਕ ਕਬਰ ਸੀ। ਆਪ ਜੀ ਨੇ ਸੁਭਾਵਿਕ ਮਕਬਰੇ ਦੀ ਸੋਹਣੀ ਬਣਤਰ ਦੀ ਤਾਰੀਫ ਕੀਤੀ ਤਾਂ ਸਿੰਘ ਨੇ ਤਨਖਾਹ ਭਰਨ ਲਈ ਕਿਹਾ। ਮਹਾਰਾਜ ਨੇ ਖਿੜੇ ਮੱਥੇ ਤਨਖਾਹ ਭਰੀ ਅਤੇ ਖਾਲਸੇ ਦੀ ਸੁਚੇਤਤਾ ਦੀ ਦਾਤ ਦਿੱਤੀ। ਦਮਦਮਾ ਸਾਹਿਬ ਥੇੜੀ ਤੋਂ ਕਾਲ ਝਿੰਗਣੀ ਅਤੇ ਫਿਰ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਪੁੱਜੇ। ਅਜੇ ਤਲਵੰਡੀ ਪੁੱਜੇ ਹੀ ਸਨ ਕਿ ਬਰਾੜਾ ਨੇ ਖਰਚੇ ਦੀ ਮੰਗ ਪਾ ਦਿੱਤੀ। ਆਪ ਜੀ ਨੇ ਕੁਝ ਚਿਰ ਰੁਕਣ ਲਈ ਕਿਹਾ, ਪਰ ਉਹ ਕਾਲੇ ਪੈ ਗਏ। ਸਿਰਫ ਇੱਕ ਦਾਨ ਸਿੰਘ ਜੀ ਹੀ ਸਨ ਜੋ ਸਨਮੁਖ ਰਹੇ ਅਤੇ ਅਡੋਲ ਰਹੇ। ਇਤਨੇ ਨੂੰ ਇੱਕ ਸਿੱਖ ਆਪਣੀ ਅਤੇ ਹੋਰ ਇਲਾਕਿਆਂ ਦੀ ਦਸਵੰਧ ਦੀ ਰਕਮ ਭਰ ਕੇ ਲੈ ਆਇਆ। ਮਹਾਰਾਜ ਨੇ ਮੋਹਰਾਂ ਵੰਡੀਆਂ। ਬਰਾੜਾ ਨੂੰ ਵੀ ਸ਼ਰਮ ਆਈ। ਡੱਲਾ ਵੀ ਦਰਸ਼ਨਾਂ ਨੂੰ ਆਇਆ ਅਤੇ ਗੁਰੂ ਜੀ ਨਾਲ ਬਹੁਤ ਫੌਜਾਂ ਨਾ ਦੇਖ ਕੇ ਕਿਹਾ, ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਇਕੱਲਾ। ਮਹਾਰਾਜ ਨੇ ਉਸੇ ਵੇਲੇ ਉੱਤਰ ਦਿੱਤਾ, ਕੀ ਹੋਇਆ ਜੇ ਡੱਲਾ ਜਾਂ ਮੱਲਾ ਪਾਸ ਨਹੀਂ, ਗੁਰੂ ਗੋਬਿੰਦ ਸਿੰਘ ਨਾਲ ਅੱਲਾ ਹੈ। ਉਸਨੇ ਆਪਣੇ ਸਾਥੀਆਂ ਦੀ ਬਹੁਤ ਹੀ ਤਾਰੀਫ ਕੀਤੀ ਕਿ ਜੋ ਐਸੇ ਜੋ ਨੌਜਵਾਨ ਗੁਰੂ ਜੀ ਕੋਲ ਹੁੰਦੇ ਤਾਂ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ। ਮਹਾਰਾਜ ਨੇ ਉਸਦਾ ਹੰਕਾਰ ਤੋੜਨ ਲਈ ਨਵੀਂ ਭੇਟ ਹੋਈ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਉਸ ਨੂੰ ਆਪਣੇ ਇੱਕ ਜਵਾਨ ਨੂੰ ਬੰਦੂਕ ਦੀ ਨਾਲੀ ਅੱਗੇ ਖੜੇ ਹੋਣ ਲਈ ਕਿਹਾ। ਉਸ ਇਹ ਕਹਿ ਕੇ ਗੱਲ ਟਾਲਣੀ ਚਾਹੀ ਕਿ ਅਜਾਈ ਮਰਨਾ ਕਿੱਥੋਂ ਦੀ ਸਿਆਣਪ ਹੈ, ਜੰਗ ਵਿੱਚ ਜੂਝਣ ਲਈ ਉਹ ਤਿਆਰ ਹਨ। ਮਹਾਰਾਜ ਨੇ ਸਿੱਖਾਂ ਦੀ ਅਨੰਨ ਗੁਰਭਗਤੀ ਦਰਸਾਉਣ ਲਈ ਡੱਲੇ ਨੂੰ ਕਿਹਾ ਉਹ ਜਾ ਕੇ ਕੈਂਪਾਂ ਵਿੱਚ ਆਵਾਜ਼ ਦੇਵੇ ਕਿ ਗੁਰੂ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਅਤੇ ਇੱਕ ਸਿੱਖ ਦੀ ਲੋੜ ਹੈ। ਜਦ ਆਵਾਜ਼ ਦਿੱਤੀ ਤਾਂ ਦੋ ਸਿੰਘ, ਇੱਕ ਜੋ ਦਸਤਾਰ ਸਜਾ ਰਿਹਾ ਸੀ ਅਤੇ ਦੂਜਾ ਘੋੜੇ ਨੂੰ ਖਰਖਰਾ ਕਰ ਰਿਹਾ ਸੀ, ਦੌੜਦੇ ਆਏ ਅਤੇ ਗੁਰੂ ਜੀ ਦੇ ਸਾਹਮਣੇ ਹੀ ਝਗੜਨ ਲੱਗ ਪਏ ਕਿ ਪਹਿਲਾਂ ਆਵਾਜ਼ ਮੈਂ ਸੁਣੀ।
ਮਹਾਰਾਜ ਨੇ ਦੋਵਾਂ ਨੂੰ ਹੀ ਅੱਗੇ ਪਿੱਛੇ ਖੜੇ ਹੋਣ ਲਈ ਫਰਮਾਇਆ ਅਤੇ ਗੋਲੀ ਉੱਤੋਂ ਚਲਾ ਦਿੱਤੀ ਅਤੇ ਡੱਲੇ ਨੂੰ ਦੱਸਿਆ ਕਿ ਐਸੇ ਸਿੱਖ ਉਹਨਾਂ ਪਾਸ ਹਨ। ਡੱਲੇ ਨੇ ਵੀ ਬੇਨਤੀ ਕੀਤੀ ਕਿ ਉਸ ਨੂੰ ਪੀੜੀ ਜਿੰਨੀ ਥਾਂ ਚਰਨਾਂ ਵਿੱਚ ਬੈਠਣ ਲਈ ਦਿੱਤੀ ਜਾਵੇ। ਮਹਾਰਾਜ ਨੇ ਕਿਹਾ ਕਿ ਇਹ ਤਾਂ ਹੀ ਮਿਲ ਸਕਦੀ ਹੈ ਜੇ ਉਹ ਅੰਮ੍ਰਿਤ ਛਕੇ। ਅੰਮ੍ਰਿਤ ਛਕ ਉਹ ਗੁਰੂ ਜੀ ਕੋਲ ਬੈਠਣ ਜੋਗਾ ਹੋਇਆ। ਇੱਥੇ ਹੀ ਔਰੰਗਜ਼ੇਬ ਵੱਲੋਂ ਇੱਕ ਹੋਰ ਚਿੱਠੀ ਮਿਲੀ ਜਿਸ ਵਿੱਚ ਉਹ ਸਖਤ ਪਛਤਾਵਾ ਕੀਤਾ ਅਤੇ ਗੁਰੂ ਜੀ ਨੂੰ ਸੱਚੇ ਦਿਲੋਂ ਮਿਲਣ ਦੀ ਚਾਹ ਪ੍ਰਗਟ ਕੀਤੀ ਅਤੇ ਬੁਢੇਪੇ ਅਤੇ ਬਿਮਾਰੀ ਕਾਰਨ ਮਜਬੂਰੀ ਦੱਸੀ। ਗੁਰੂ ਜੀ ਨੇ ਉੱਥੇ ਹੀ ਜੰਗੀ ਕਮਰ ਕਸਾ ਉਤਾਰਿਆ ਅਤੇ ਦਮ ਭਾਵ ਸਾਹ ਲਿਆ। ਇਹ ਕਾਮ ਆਲਮਗੀਰੀ ਦੇ ਲਿਖਾਰੀ ਅਨਾਇਤ ਉੱਲਾ ਦਾ ਕਹਿਣਾ ਹੈ ਕਿ ਔਰੰਗਜ਼ੇਬ ਨੇ ਸ਼ੇਖ ਮੁਹੰਮਦ ਯਾਰ ਮਨਸਬਦਾਰ ਤੇ ਮੁਹੰਮਦ ਬੇਗ ਗੁਰਜ ਬਰਦਾਰ ਨੂੰ ਭੇਜਿਆ ਕਿ ਗੋਬਿੰਦ ਰਾਏ ਨਾਨਕ ਪ੍ਰਸਤਾਂ ਨੂੰ ਮਨਾ ਬੁਝਾ ਅਤੇ ਰਾਜੀ ਕਰਕੇ ਦੱਖਣ ਲਿਆਉਣ। ਮਨੀਬ ਖਾਨ ਵਜ਼ੀਰੇ ਆਜ਼ਮ ਨੂੰ ਵੀ ਹਦਾਇਤਾਂ ਭੇਜੀਆਂ ਕਿ ਜਿੱਥੋਂ ਗੁਰੂ ਜੀ ਲੰਘਣ ਹਿਫਾਜ਼ਤੀ ਇੰਤਜ਼ਾਮ ਹੋਵੇ ਅਤੇ ਜੇ ਉਹ ਚਾਹੁਣ ਤਾਂ ਰਾਹ ਦਾ ਖਰਚਾ ਵੀ ਦਿੱਤਾ ਜਾਏ। ਪੰਥ ਨੂੰ ਮੁੜ ਸਰਜੀਤ ਕਰਨ ਲਈ ਹੁਕਮਨਾਮੇ ਭੇਜੇ। ਸੰਗਤ ਨੇ ਵੀ ਵਹੀਰਾਂ ਪਾ ਦਿੱਤੀਆਂ। ਇੱਕ ਅੰਦਾਜ਼ੇ ਮੁਤਾਬਕ 80,000 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਜੋ ਅੰਮ੍ਰਿਤ ਬਚਿਆ ਆਪ ਜੀ ਝਾੜ ਝਾੜ ਉਸੇ ਦੇ ਛਿੱਟੇ ਮਾਰੇ ਅਤੇ ਫਰਮਾਇਆ ਇਸੇ ਅੰਮ੍ਰਿਤ ਦੀ ਸ਼ਕਤੀ ਦੁਆਰਾ ਝਾੜ ਝਾੜ ਵੀਰ ਪੈਦਾ ਹੋਣਗੇ। ਉੱਥੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਅੰਤਿਮ ਸਰੂਪ ਦਿੱਤਾ ਜਿਸ ਵਿੱਚ 100 ਪੁਰਖ ਦੇ 4 ਸ਼ਬਦ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਅਤੇ ਸ਼ਲੋਕ ਦਰਜ ਕੀਤੇ। ਜਦ ਸਿੰਘਾਂ ਪੁੱਛਿਆ ਕਿ ਤੁਸੀਂ ਆਪਣੀ ਬਾਣੀ ਕਿਉਂ ਦਰਜ ਨਹੀਂ ਕਰ ਰਹੇ ਤਾਂ ਫਰਮਾਇਆ ਅਸਲ ਗ੍ਰੰਥ ਹੈ ਉਹ, ਇਹ ਸਾਡੀ ਹੈ ਖੇਡ। ਲਿਖਣ ਸਾਰ ਦੇ ਸਰੋਵਰ ਕਲਮਾਂ ਘੜ ਘੜ ਪਾਉਂਦੇ ਰਹੇ। ਪੁੱਛਣ ਤੇ ਫਰਮਾਇਆ ਇਹ ਹੈ ਪ੍ਰਗਟ ਹਮਾਰੀ ਕਾਸੀ, ਪੜ ਹੈ यहाँ ਢੇਰ मतनासी। तिनके कारण कलम कड़ देत प्रगट हम डार, सिख सखाया पढ़ेंगे हमारे कई हजार। ਮਾਲਵਾ ਨੂੰ ਹਰਾ ਭਰਾ ਹੋਣ ਦਾ ਵਰ ਦਿੱਤਾ। ਦਮਦਮਾ ਸਾਹਿਬ ਹੀ ਮਾਤਾ ਸੁੰਦਰੀ ਜੀ ਭਾਈ ਮਣੀ ਸਿੰਘ ਜੀ ਨਾਲ ਆ ਗਏ। ਮਾਤਾ ਜੀ ਨੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਾਥਾ ਜਦ ਸੁਣੀ ਤਾਂ ਨੈਣ ਭਰ ਆਏ। ਉਸ ਸਮੇਂ ਗੁਰੂ ਜੀ ਨੇ ਫਰਮਾਇਆ ਕਿ ਇਹ ਸਮਾਂ ਸਗੋਂ ਖੁਸ਼ੀ ਦਾ ਹੈ। ਤੋਹੇ ਪੁੱਤਰ ਬੜ ਵੀਰ ਬਹਾਦਰ, ਗਇਓ ਸਵਰਗ ਦੇਵਨ ਤੇ ਸਾਦਰ। ਜਗ ਮਹਿ ਜਸ ਅਖੰਡ ਕੋ ਪਾਵਾਂ, जन्म लाभ को कर्म कमावा। अस बीरन की जननी जोए, शोक करन के उचित न सोए। दमदमा ही ਫੂਲਕੀਆਂ ਮਿਸਲ ਦੇ ਵੱਡਿਆਂ ਤਰਲੋਕ ਸਿੰਘ ਅਤੇ ਰਾਮ ਸਿੰਘ ਨੇ ਦੱਸਿਆ ਕਿ ਉਹ ਹੀ ਵੱਡੇ ਸਾਹਿਬਜ਼ਾਦਿਆਂ ਦੀਆਂ ਪਾਵਨ ਲੋਥਾਂ ਚਮਕੌਰ ਦੇ ਮੈਦਾਨ ਵਿੱਚੋਂ ਲੱਭ ਕੇ ਸੰਸਕਾਰ ਬੜੀ ਮੁਸ਼ਕਿਲ ਅਤੇ ਵਿਉਂਤ ਨਾਲ ਕਰਕੇ ਆਏ ਸਨ। ਗੁਰੂ ਮਹਾਰਾਜ ਨੇ ਜਦ ਉਹਨਾਂ ਨੂੰ ਕੁਝ ਮੰਗਣ ਲਈ ਕਿਹਾ ਤਾਂ ਦੋਹਾਂ ਨੇ ਆਪਣੀਆਂ ਜ਼ਮੀਨਾਂ ਹੋਣ ਦਾ ਵਰ ਮੰਗਿਆ। ਪ੍ਰਸੰਨ ਚਿੱਤ ਗੁਰੂ ਜੀ ਨੇ ਫਰਮਾਇਆ ਕਿ ਤੁਸੀਂ ਜ਼ਮੀਨਾਂ ਨਿਰੀਆਂ ਵਾਹੋਗੇ ਹੀ ਨਹੀਂ, ਮਾਲਕ ਤੇ ਰਾਜੇ ਵੀ ਹੋਵੋਗੇ। ਭਾਈ ਰੂਪਾ ਜੀ ਨੂੰ ਉਸ ਦੀ ਅਨੰਨ ਸੇਵਾ ਲਈ ਕੁਝ ਮੰਗਣ ਲਈ ਕਿਹਾ ਤਾਂ ਉਸ ਨੇ ਭਰਾਵਾਂ ਕੋਲੋਂ ਪੁੱਛਿਆ ਕਿ ਕੀ ਮੰਗਾਂ। ਉਹਨਾਂ ਕਿਹਾ ਜ਼ਮੀਨ। ਫਿਰ ਘਰ ਵਾਲੀ ਕੋਲੋਂ ਪੁੱਛਿਆ ਕੀ ਜਾਚਨਾ ਕਰਾਂ। ਉਸ ਕਿਹਾ ਗਹਿਣਾ ਗੱਟਾ। ਪਰ ਜਦ ਲੜਕੀ ਕੋਲੋਂ ਪੁੱਛਿਆ ਤਾਂ ਉਸ ਸ਼ਰਧਾ ਭਿੱਜੀ ਬੱਚੀ ਨੇ ਕਿਹਾ ਪਿਤਾ ਇਹ ਬਰ ਆਛੀ, ਜੋ ਆਵੇ ਸੋ ਤ੍ਰਿਪਤ ਸੁਚਾਚੀ। ਸਭ ਹੀ ਸੇਵਾ ਮੈਂ ਬਣ ਆਵੇ, ਹਮ ਤੇ ਦੁਖੀ ਨਾ ਕੋਈ ਜਾਵੇ। ਪਹਿਲਾ ਅਖੰਡ ਪਾਠ। ਦੱਖਣ ਜਾਣ ਤੋਂ 3 ਦਿਨ ਪਹਿਲਾਂ ਭਾਈ ਮਣੀ ਸਿੰਘ ਜੀ ਨੂੰ ਆਗਿਆ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਅਸਾਂ ਅਖੰਡ ਪਾਠ ਕਰਾਉਣਾ ਹੈ। ਪ੍ਰਕਾਸ਼ ਉੱਚੀ ਠੇਰੀ ਤੇ ਕੀਤੀ। ਇਸੇ ਸਥਾਨ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਰੱਖਿਆ। ਕੜਾਹ ਪ੍ਰਸ਼ਾਦ ਤਿਆਰ ਕਰਕੇ ਚੌਂਕੀ ਤੇ ਰੱਖਿਆ। ਸ਼ਬਦ ਕੀਰਤਨ ਹੋਇਆ। ਫਿਰ ਸ਼੍ਰੀ ਆਨੰਦ ਸਾਹਿਬ ਦੀਆਂ 5 ਪੌੜੀਆਂ ਅਤੇ 41ਵੀਂ ਪੌੜੀ ਦਾ ਪਾਠ ਕਰਕੇ ਪਿੱਛੋਂ ਅਰਦਾਸ ਕੀਤੀ ਗਈ। ਭਾਈ ਮਣੀ ਸਿੰਘ ਜੀ ਨੇ ਗੁਰੂ ਜੀ ਦੀ ਆਗਿਆ ਪਾਈ ਅਖੰਡ ਪਾਠ ਪ੍ਰਾਰੰਭ ਕੀਤਾ। ਆਰੰਭ ਦਾ ਵਾਕ ਸੀ ਟੋਡੀ ਮਹੱਲਾ 5ਵਾਂ। ਸਤਿਗੁਰ ਆਇਓ ਸ਼ਰਨ ਤੁਮਾਰੀ, ਮਿਲੇ ਸੁਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ ਰਹਾਓ, ਅਵਰ ਨ ਸੂਝੇ ਦੂਜੀ ਠਾਹਰ। ਹਾਰ ਪਰਿਓ ਤੋ ਦੁਆਰੀ, ਲੇਖਾ ਛੋੜੇ ਅਲੇਖੇ ਛੁੱਟੇ। ਹਮ ਨਿਰਗੁਣ ਲੇਹ ਉਬਾਰੀ। ਸਦ
ਬਖਸ਼ਿਦ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ। ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ। ਤੀਜੇ ਦਿਨ ਭੋਗ ਪਿਆ, ਸੰਗਤਾਂ ਬੜੀ ਖੁਸ਼ੀ ਮਨਾਈ। ਔਰੰਗਜ਼ੇਬ ਦਾ ਦੇਹਾਂਤ। ਜਦ ਦੱਖਣ ਆਉਣ ਦੀ ਦੂਜੀ ਚਿੱਠੀ ਮਿਲੀ ਤਾਂ ਆਪ ਜੀ ਨੇ ਦੱਖਣ ਜਾਣ ਦਾ ਸੰਕਲਪ ਸਿੰਘਾਂ ਨੂੰ ਦੱਸਿਆ। ਸਿੰਘਾਂ ਨੇ ਭੱਠ ਪਈ ਦੱਖਣ ਆਖ ਕੇ ਉਧਰ ਨਾ ਜਾਣ ਦੀ ਸਲਾਹ ਦਿੱਤੀ, ਪਰ ਮਹਾਰਾਜ ਨੇ ਕਿਹਾ, ਐਸਾ ਨਾ ਆਖੋ, ਉਹ ਵੀ ਮੈਨੂੰ ਪਿਆਰਾ ਹੈ। ਉੱਥੇ ਕਈ ਕੰਮ ਸਵਰਨਗੇ। ਇੱਕ ਹੁਕਮਨਾਮੇ ਵਿੱਚ ਦੱਖਣ ਵੱਲ ਕੂਚ ਕਰਨ ਦਾ ਇਸ਼ਾਰਾ ਵੀ ਮਿਲਦਾ ਹੈ। ਹੁਕਮਨਾਮੇ ਦੇ ਸ਼ਬਦ ਹਨ, ਇੱਕ ਓਂਕਾਰ, ਸ੍ਰੀ ਸਤਿਗੁਰ ਜੀ, ਸ੍ਰੀ ਗੁਰੂ ਕੀ ਆਗਿਆ ਹੈ, ਸਰਬੱਤ ਸੰਗਤ ਬੈਰਾੜ ਕੀ ਗੁਰੂ ਰੱਖੇਗਾ। ਬੈਲ 4 ਹਛੇ ਬਹਿਲਾਂ ਨੂੰ ਭੇਜਣੇ। ਹੁਕਮ ਦੇਖਦਿਆਂ ਮੇਰੀ ਤੁਸਾਂ ਉੱਪਰ ਖੁਸ਼ੀ ਹੈ। ਅਸਾਂ ਦੱਖਣ ਨੂੰ ਕੂਚ ਕੀਤਾ ਹੈ। ਜਿਨ ਜਿਨ ਸਿੱਖ ਸਾਡੇ ਨਾਲ ਚੱਲਣਾ ਹੋਏ 3 ਹੁਕਮ ਦੇਖਦਿਆਂ ਜ਼ਰੂਰ ਆਵਣਾ। ਤੁਸਾਂ ਉੱਪਰ ਖੁਸ਼ੀ ਹੈ। ਗੁਰੂ ਜੀ ਤੁਹਾਡੀ ਰੱਖੇਗਾ। ਸੰਮਤ 1763 ਮਿਤੀ ਕੱਤਕ 20। ਬੰਸਾਵਲੀ ਨਾਮਾ ਨੇ ਚਰਨ 10ਵੇਂ ਵਿੱਚ ਲਿਖਿਆ ਹੈ ਕਿ ਮਹਾਰਾਸ਼ਟਰ ਤੋਂ ਆਏ ਇੱਕ ਕਾਲਕਾ ਦਾਸ ਨੇ ਵੀ ਦੱਸਿਆ ਕਿ ਉੱਥੇ ਇੱਕ ਬੈਰਾਗੀ ਬੈਠਾ ਹੈ। ਤਾਂ ਸਾਹਿਬ ਕਿਹਾ, ਸਾਨੂੰ ਵੀ ਮਾਲੂਮ ਹੈ, ਉਸ ਵੀ ਸਾਡਾ ਕੰਮ ਕਰਸੀ ਅਤੇ ਸਾਡੇ ਕਹੇ ਨਾਲ ਲੜਸੀ। ਅਜੇ ਮਾਲਵੇ ਵਿੱਚ ਹੀ ਸਨ ਕਿ ਇਹ ਖਬਰ ਵੀ ਮਿਲ ਗਈ ਕਿ ਔਰੰਗਜ਼ੇਬ ਦੀ 1707 ਨੂੰ ਮ੍ਰਿਤੂ ਹੋ ਗਈ। ਸਾਰਾ ਪ੍ਰੋਗਰਾਮ ਹੀ ਬਦਲਾਉਣਾ ਪਿਆ। ਜਮਰੌਦ ਤੋਂ ਆਗਰੇ ਬਹਾਦਰ ਸ਼ਾਹ ਦਾ ਆਉਣਾ। ਬਹਾਦਰ ਸ਼ਾਹ ਨੇ ਭਾਵੇਂ ਜਮਰੌਦ ਤੋਂ ਕਿਤਨੀ ਛੇਤੀ ਕੀਤੀ, ਪਰ ਫਿਰ ਵੀ ਬੜੀ ਮੁਸ਼ਕਿਲ ਨਾਲ 3 ਮਈ 1707 ਨੂੰ ਰਾਵੀ ਪਾਰ ਕੀਤਾ। 2 ਦਿਨ ਲਾਹੌਰ ਰਹਿਣ ਉਪਰੰਤ 5 ਮਈ ਨੂੰ ਉੱਥੋਂ ਟੁਰਿਆ। ਸਤਲੁਜ ਨੂੰ ਉਸ 11 ਮਈ ਨੂੰ ਪਾਰ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦਾ ਇਲਾਕੇ ਵਿੱਚ ਹੋਣਾ ਸੁਣ ਕੇ ਉਸ ਮੁਲਾਕਾਤ ਦੀ ਇੱਛਾ ਪ੍ਰਗਟ ਕੀਤੀ। ਭਾਈ ਨੰਦ ਲਾਲ ਜੀ ਨੂੰ ਮਲਤਾਨ ਤੋਂ ਉਚੇਚਾ ਉਸ ਬੁਲਾਇਆ। ਗੁਰੂ ਜੀ ਦੀ ਪਹਿਲੀ ਮੁਲਾਕਾਤ ਸਤਲੁਜ ਦੇ ਕੰਢੇ ਤੇ ਹੋਈ। ਗ੍ਰਿਫਤਾਰੀ ਸਮੇਂ ਜਦ ਗੁਰੂ ਗੋਬਿੰਦ ਸਿੰਘ ਜੀ ਨੂੰ ਅਰਦਾਸ ਕਰਨ ਲਈ ਮੁਅੱਜ਼ਮ ਨੇ ਲਿਖਿਆ ਸੀ ਤਾਂ ਗੁਰੂ ਜੀ ਨੇ ਨਾ ਸਿਰਫ ਉਸ ਦੇ ਰਿਹਾ ਹੋਣ ਦੀ ਹੀ ਭਵਿੱਖਬਾਣੀ ਕੀਤੀ ਸੀ, ਸਗੋਂ ਉਸ ਦਾ ਬਾਦਸ਼ਾਹ ਹੋਣਾ ਵੀ ਦੱਸਿਆ ਸੀ। ਗੁਰੂ ਸ਼ੋਭਾ ਦੀ ਇਹ ਗਵਾਹੀ ਹੈ ਕਿ ਉਸ ਨੇ ਰਿਹਾ ਹੁੰਦੇ ਸਾਰ ਗੁਰੂ ਜੀ ਨੂੰ ਕਈ ਭਟਾਵਾਂ ਭੇਜੀਆਂ ਸਨ। ਜਦ ਪੰਜਾਬ ਤੇ ਉਸ ਹਮਲਾ ਕੀਤਾ ਤਾਂ ਵੀ ਬਹਾਦਰ ਸ਼ਾਹ ਨੇ ਅਨੰਦਪੁਰ ਵੱਲ ਨਿਗਾਹ ਨਾ ਕੀਤੀ। ਉਸ ਦੀ ਵੀ ਗਵਾਹੀ ਹੈ ਕਿ ਗੁਰੂ ਜੀ ਤੇ ਸਾਹਿਬਜ਼ਾਦਾ ਵਿਚਕਾਰ ਬਕਾਇਦਾ ਚਿੱਠੀ ਪੱਤਰ ਵੀ ਹੁੰਦਾ ਸੀ। ਪਹਿਲੀ ਮੁਲਾਕਾਤ ਵੇਲੇ ਬਹਾਦਰ ਸ਼ਾਹ ਨੇ ਆਸ਼ੀਰਵਾਦ ਨਾਲ ਫੌਜੀ ਇਮਦਾਦ ਵੀ ਮੰਗੀ। ਗੁਰੂ ਜੀ ਦਾ ਲੱਖੀ ਜੰਗਲ ਵਿੱਚ ਬਹੁਤ ਸਤਿਕਾਰ ਸੀ। ਸੰਗਤਾਂ ਨੇ ਵਹੀਰਾਂ ਪਾ ਦਿੱਤੀਆਂ ਸਨ। ਸਿੰਘ ਆਪਣੇ ਗੁਰੂ ਜੀ ਦੀ ਸ਼ਰਨ ਇਸੇ ਤਰ੍ਹਾਂ ਆਏ ਜਿਵੇਂ ਮੱਝੀਆਂ ਆਪਣੇ ਮਾਹੀ ਮਾਲਕ ਦੀ ਆਵਾਜ਼ ਸੁਣ ਕੇ ਪਾਣੀ ਘਾਹ ਛੱਡ ਕੇ ਦੌੜਦੀਆਂ ਆਉਂਦੀਆਂ ਹਨ। ਦਰਸ਼ਨਾਂ ਲਈ ਇੱਕ ਦੂਜੇ ਨਾਲੋਂ ਅੱਗੇ ਲੰਘਣ ਦੀ ਹੋੜ ਹੀ ਲੱਗ ਗਈ। ਸਿੱਖ ਉਤਨੀ ਦੇਰ ਤੱਕ ਸ਼ਾਂਤ ਨਾ ਹੁੰਦੇ ਜਦ ਤੱਕ ਖੁੱਲੇ ਦਰਸ਼ਨ ਦੀਦਾਰ ਗੁਰੂ ਜੀ ਨਾ ਦਿੰਦੇ। ਮਹਾਰਾਜ ਦੇ ਆਪਣੇ ਸ਼ਬਦਾਂ ਵਿੱਚ ਲੱਖੀ ਜੰਗਲ ਖਾਲਸਾ ਆਏ ਦੀਦਾਰ ਲਗੋ ਨੇ, ਸੁਣ ਕੇ ਸਦਮਾਹੀ ਦਾ ਮੇਹੀ ਪਾਣੀ ਘਾਣ ਮੁਤੋ ਨੇ। ਕਿਸੇ ਨਾਲ ਨਾ ਰਲੀਆਂ ਕਾਈ ਕੋਈ ਸ਼ੌਕ ਪਇਓ ਨੇ। ਗਾਇਆ ਫਿਰਾਕ ਮਿਲਿਆ ਮਿਤ ਮਾਹੀ ਤਾਹੀਂ ਸ਼ੁਕਰ ਕੀਤੋ ਨੇ। 80,000 ਦੀ ਭਾਰੀ ਗਿਣਤੀ ਨੇ ਅੰਮ੍ਰਿਤ ਛਕਣਾ। ਇਸ ਖਿਆਲ ਦੀ ਵਿਆਖਿਆ ਹੈ ਕਿ ਬਹਾਦਰ ਸ਼ਾਹ ਦੀ ਮੰਗ ਤੇ ਗੁਰੂ ਜੀ ਨੇ ਭਾਈ ਧਰਮਦਾਸ ਜੀ ਨੂੰ ਕੁਝ ਚੋਣਵੇਂ ਸਰਦਾਰਾਂ ਦਾ ਜਥੇਦਾਰ ਬਣਾ ਕੇ ਨਾਲ ਭੇਜਿਆ। ਆਪਣੇ ਅੰਗ ਰਕਸ਼ਕ ਕੁਲਦੀਪਕ ਸਿੰਘ ਨੂੰ ਵੀ ਨਾਲ ਕੀਤਾ। ਕੁਲਦੀਪਕ ਸਿੰਘ ਹਰਕਾਰਿਆਂ ਰਾਹੀਂ ਜਿੱਥੇ ਵੀ ਗੁਰੂ ਜੀ ਹੁੰਦੇ ਸਨ ਖਬਰਾਂ ਪਹੁੰਚਾ ਦਿੰਦਾ ਸੀ। ਜਦ ਇਸ ਮੁਲਾਕਾਤ ਦੀ ਨਵਾਬ ਸਰਹਿੰਦ ਨੂੰ ਖਬਰ ਪੁੱਜੀ ਤਾਂ ਉਹ ਅੱਗੋਂ ਬਹਾਦਰ ਸ਼ਾਹ ਨੂੰ ਮਿਲਣ ਆਇਆ। ਉਸ ਕਈ ਤੋਹਫੇ ਵੀ ਦਿੱਤੇ। ਸੋਨੀਪਤ ਦੇ ਫੌਜਦਾਰ ਮਿਰਜ਼ਾ ਅਸਦ ਉੱਲਾ ਨੇ ਹਥਿਆਰ ਅਤੇ ਰਸਦ ਵੀ ਭੇਟ ਕੀਤੀ। ਇਸ ਤਰ੍ਹਾਂ ਸ਼ਕਤੀ ਇਕੱਠਾ ਕਰਦਾ ਅਤੇ ਪੈਂਡਾ ਮਾਰਦਾ ਬਹਾਦਰ ਸ਼ਾਹ 1 ਜੂਨ 1707 ਨੂੰ ਦਿੱਲੀ ਪੁੱਜਾ। ਦਿੱਲੀ ਉਹ ਨਾ ਠਹਿਰਿਆ ਅਤੇ ਆਗਰੇ ਵੱਲ ਚਲਾ ਗਿਆ। 12 ਜੂਨ 1707 ਨੂੰ ਉਹ ਆਗਰੇ ਪੁੱਜਾ ਅਤੇ ਆਪਣਾ ਕੈਂਪ ਬਾਗੇ ਦਾਹਿਰਾ ਮੁਲਤਾਨਗੰਜ ਰੱਖਿਆ। ਗੁਰੂ ਜੀ ਨੇ ਇਹ ਖਿਆਲ ਪ੍ਰਗਟ ਕੀਤਾ ਕਿ ਚਲੀਏ ਤੇ ਸ਼ਾਹ ਦੇ ਪੁੱਤਰਾਂ ਵਿਚਕਾਰ ਜੋ ਤਖਤ ਨਸ਼ੀਨੀ ਦੀ ਜੰਗ ਹੋਣੀ ਹੈ ਦੇਖੀਏ। ਗੁਰੂ ਜੀ ਉਸ ਸਮੇਂ ਦਿੱਲੀ ਵਿੱਚ ਸਨ। ਕੁਲਦੀਪਕ ਸਿੰਘ ਖਬਰਾਂ ਭੇਜੀ ਜਾ ਰਿਹਾ ਸੀ। ਦਿੱਲੀ ਵਿਖੇ ਆਪ ਜੀ ਨੇ ਆਪਣਾ ਟਿਕਾਣਾ ਮੋਤੀ ਬਾਗ ਕੀਤਾ ਸੀ, ਜੋ ਹੁਣ ਗੁਰਦੁਆਰਾ ਮੋਤੀ ਬਾਗ ਕਰਕੇ ਜਾਣਿਆ ਜਾਂਦਾ ਹੈ। ਇੱਥੇ ਹੀ ਇੱਕ ਜੋੜਾ ਰੋਜ਼ ਹੀ ਦਰਸ਼ਨਾਂ ਨੂੰ ਆਉਂਦਾ ਸੀ ਅਤੇ ਇੱਕ ਦਿਨ ਹੱਥ ਜੋੜ ਬੱਚੇ ਦੀ ਦਾਤ ਮੰਗੀ। ਆਪ ਜੀ ਨੇ ਰਾਹ ਵਿੱਚ ਕਿਸੇ ਮਾਂ ਵੱਲੋਂ
ਛੱਡੇ ਗਏ ਇੱਕ ਨਵ ਜਨਮੇ ਬੱਚੇ ਨੂੰ ਉਠਾ ਉਸ ਦੀ ਗੋਦ ਵਿੱਚ ਪਾਇਆ। ਮੋਤੀ ਬਾਗ ਤੋਂ ਹੀ ਤੀਰ ਚਲਾਇਆ ਸੀ ਅਤੇ ਲਾਲ ਕਿਲੇ ਵਿੱਚ ਚੋਪੜ ਖੇਡਦੇ ਮੁਨੀਮ ਖਾਨ ਪਾਸ ਗਿਰਿਆ ਸੀ। ਉਸਨੇ ਵੀ ਜਦ ਉੱਚੀ ਆਵਾਜ਼ ਨਾਲ ਕਿਹਾ, ਕਰਾਮਾਤ, ਤਾਂ ਦੂਜਾ ਤੀਰ ਛਾਂ-ਛਾਂ ਕਰਦਾ ਆਇਆ, ਜਿਸ ਨਾਲ ਰੁੱਕਾ ਲੱਗਾ ਹੋਇਆ ਸੀ। ਕਰਾਮਾਤ ਨਹੀਂ, ਕਰਤੱਵ। ਪਿੱਛੋਂ ਜਮਨਾ ਕਿਨਾਰੇ ਦਮਦਮਾ ਸਾਹਿਬ ਟਿਕਾਣਾ ਰੱਖਿਆ। ਜੈਜੂ ਦੀ ਜੰਗ ਤੇ ਬਹਾਦਰ ਸ਼ਾਹ ਦੀ ਜਿੱਤ। ਜੈਜੂ ਵਿਖੇ ਮੁਹੰਮਦ ਆਜ਼ਮ ਕੋਲੋਂ ਬਹੁਤ ਵੱਡੀ ਫੌਜ ਸੀ। ਬਹਾਦਰ ਸ਼ਾਹ ਮੁਸ਼ਕਿਲ ਨਾਲ ਹੀ ਕੁਝ ਫੌਜ ਇਕੱਠੀ ਕਰ ਸਕਿਆ, ਪਰ ਬਹਾਦਰ ਸ਼ਾਹ ਨੇ ਇਸ ਫੁਰਤੀ ਨਾਲ ਹਮਲਾ ਕੀਤਾ ਕਿ ਆਜ਼ਮ ਦੀਆਂ ਫੌਜਾਂ ਵਿੱਚ ਭਾਜੜਾਂ ਪੈ ਗਈਆਂ। 30,000 ਘੋੜਿਆਂ ਦੇ ਹੁੰਦਿਆਂ ਕੁਝ ਹੀ ਟਾਕਰੇ ਤੇ ਆਏ। ਸਾਰੀ ਛਾਉਣੀ ਨੂੰ ਹੀ ਅੱਗ ਲਗਾ ਦਿੱਤੀ ਗਈ। ਗਰਮੀ ਜ਼ੋਰਾਂ ਤੇ ਸੀ। ਮੈਦਾਨ ਰੇਤਲਾ ਸੀ ਅਤੇ ਮਿੱਟੀ ਘੱਟਾ ਇਤਨੀ ਤੇਜ਼ੀ ਨਾਲ ਉੱਡਦਾ ਸੀ ਕਿ ਕੁਝ ਦਿਖਾਈ ਨਹੀਂ ਸੀ ਦਿੰਦਾ। ਹਨੇਰੀ ਦਾ ਰੁੱਖ ਵੀ ਆਜ਼ਮ ਦੀਆਂ ਫੌਜਾਂ ਲਈ ਉਲਟਾ ਸੀ। ਜੋ ਤੀਰ ਆਜ਼ਮ ਦੀ ਫੌਜ ਦੇ ਸਿਪਾਹੀ ਛੱਡਦੇ, ਉਹ ਰਾਹ ਵਿੱਚ ਹੀ ਰਹਿ ਜਾਂਦੇ, ਅਤੇ ਜੋ ਬਹਾਦਰ ਸ਼ਾਹ ਦੀ ਫੌਜ ਛੱਡਦੀ, ਉਹ ਹੋਰ ਤਿੱਖਾ ਹੋ ਕੇ ਲੱਗਦੇ ਸੀ। ਸਿੱਖ ਰਵਾਇਤ ਵੀ ਹੈ, ਜਦ ਆਜ਼ਮ ਦੀ ਫੌਜ ਬਹਾਦਰ ਸ਼ਾਹ ਨੇ ਦੇਖੀ ਤਾਂ ਉਸ ਗੁਰੂ ਜੀ ਨੂੰ ਯਾਦ ਕੀਤਾ ਅਤੇ ਫਿਰ ਐਸਾ ਤੂਫਾਨ ਆਇਆ ਕਿ ਆਜ਼ਮ ਦੀ ਫੌਜ ਨੂੰ ਕੁਝ ਸੁੱਝੇ ਹੀ ਨਾ। ਆਜ਼ਮ ਦਾ ਪੁੱਤਰ ਬੇਦਾਰ ਬਖਤ ਵੀ ਮਾਰਿਆ ਗਿਆ ਅਤੇ ਇਸ ਰੌਲੇ ਰੱਪੇ ਵਿੱਚ ਹੀ ਲੱਖੀ ਜੰਗਲ ਦੇ ਇੱਕ ਸਿਪਾਹੀ ਈਸਾ ਖਾਨ ਨੇ ਨਿਸ਼ਾਨਾ ਸੇਧ ਐਸਾ ਤੀਰ ਮਾਰਿਆ ਕਿ ਆਜ਼ਮ ਦੇ ਮੱਥੇ ਵਿੱਚ ਲੱਗਾ ਅਤੇ ਉਹ ਥਾਂ ਤੇ ਹੀ ਢੇਰੀ ਹੋ ਗਿਆ। ਈਸਾ ਖਾਨ ਭਾਈ ਧਰਮ ਸਿੰਘ ਜੀ ਦੇ ਜਥੇ ਦਾ ਇੱਕ ਸਿਪਾਹੀ ਸੀ। ਜੰਗ ਦੀ ਕਾਮਯਾਬੀ ਦਾ ਸਿਹਰਾ ਸਿੱਖ ਜਥੇ ਤੇ ਹੀ ਸੀ। ਸਭ ਪਾਸੇ ਇਹ ਗੱਲ ਫੈਲੀ ਕਿ ਗੁਰੂ ਜੀ ਦੀ ਸਹਾਇਤਾ ਤੇ ਅਸੀਸ ਸਦਕੇ ਬਹਾਦਰ ਸ਼ਾਹ ਦੀ ਜੀਤ ਹੋਈ। ਜਿੱਤ ਦੇ ਡੰਕੇ ਵਜਾਉਂਦਾ ਬਹਾਦਰ ਸ਼ਾਹ 19 ਜੂਨ 1707 ਨੂੰ ਆਗਰੇ ਦਾਖਲ ਹੋਇਆ। ਇਹ ਜੰਗ 28 ਜੂਨ 1707 ਨੂੰ ਹੋਈ ਸੀ। ਬਹਾਦਰ ਸ਼ਾਹ ਨਾਲ ਆਗਰੇ ਵਿਖੇ ਮੁਲਾਕਾਤ। ਗੁਰੂ ਗੋਬਿੰਦ ਸਿੰਘ ਜੀ ਨੂੰ ਬਹਾਦਰ ਸ਼ਾਹ ਦੀ ਜਿੱਤ ਦੀ ਖਬਰ ਦਿੱਲੀ ਵਿਖੇ ਹੀ ਮਿਲੀ। ਬਹਾਦਰ ਸ਼ਾਹ ਨੇ ਭਾਈ ਧਰਮ ਸਿੰਘ ਹੱਥ ਹੀ ਬੇਨਤੀ ਭੇਜੀ ਕਿ ਉਹ ਆਗਰੇ ਆ ਕੇ ਦਰਸ਼ਨ ਦੇਣ। ਉਸ ਨੂੰ ਪੂਰਾ ਅਹਿਸਾਸ ਸੀ ਕਿ ਗੁਰੂ ਜੀ ਦੀ ਮਦਦ ਤੋਂ ਬਿਨਾਂ ਇਹ ਜੰਗ ਜਿੱਤੀ ਨਹੀਂ ਸੀ ਜਾ ਸਕਦੀ। 31 ਜੁਲਾਈ 1707 ਨੂੰ ਗੁਰੂ ਜੀ ਮਥੁਰਾ ਬ੍ਰਿੰਦਾਵਨ ਤੋਂ ਹੁੰਦੇ ਆਗਰੇ ਪੁੱਜੇ ਅਤੇ ਉਹਨਾਂ ਕੈਂਪ ਸ਼ਹਿਰ ਤੋਂ 5 ਮੀਲ ਦੂਰ ਹੀ ਰੱਖਿਆ। ਬਹਾਦਰ ਸ਼ਾਹ ਨੇ ਖਾਨੇ ਖਾਨਾ ਮੁਨੀਮ ਖਾਨ ਨੂੰ ਅੱਗੋਂ ਸਵਾਗਤ ਲਈ ਭੇਜਿਆ ਅਤੇ ਮੁਲਾਕਾਤ ਦੀ ਤਰੀਕ 2 ਅਗਸਤ ਮੁਕਰਰ ਹੋਈ। ਮੁਲਾਕਾਤ ਵਾਲੇ ਦਿਨ ਮਹਾਰਾਜ ਜੀ ਸ਼ਸਤਰ ਸਜਾ ਕਲਗੀ ਲਗਾ ਘੋੜੇ ਤੇ ਸਵਾਰ ਹੋ ਪਧਾਰੇ। ਬਹਾਦਰ ਸ਼ਾਹ ਅੱਗੋਂ ਕਿਲੇ ਦੇ ਦਰਵਾਜ਼ੇ ਤੇ ਲੈਣ ਆਇਆ। ਦਰਬਾਰ ਵਿੱਚ ਸਭ ਨੇ ਉੱਠ ਕੇ ਸਤਿਕਾਰ ਦਿੱਤਾ। ਸਤਿਕਾਰ ਵਜੋਂ ਉਸ ਤੁਖਤੁਖੀ ਸਰਾਏ ਪਰਦਾ, ਖੈਮਾ ਅਤੇ ਨਗਾਰਾ ਭੇਟ ਕੀਤਾ। ਮਹਾਰਾਜ ਨੇ ਚਾਰੇ ਵਸਤੂਆਂ ਇੱਕ ਸਿੱਖ ਰਾਹੀਂ ਆਪਣੇ ਕੈਂਪ ਪਹੁੰਚਾ ਦਿੱਤੀਆਂ। ਸ਼ਾਹੀ ਰਿਵਾਜ ਮੁਤਾਬਕ ਖਿਲਤ ਦੇ ਬਸਤਰ ਬਾਦਸ਼ਾਹ ਸਾਹਮਣੇ ਪਹਿਨਣੇ ਪੈਂਦੇ ਸਨ ਅਤੇ ਉਹਨਾਂ ਦਾ ਨਾਂ ਪਹਿਨਣਾ ਇਸ ਗੱਲ ਦਾ ਪ੍ਰਗਟਾ ਹੁੰਦਾ ਸੀ ਕਿ ਉਹ ਗੁਰੂ ਜੀ ਨੂੰ ਦੀਨ ਦੁਨੀ ਦਾ ਆਗੂ ਗਿਣਦਾ ਸੀ ਅਤੇ ਉਹ ਸਨਮਾਨ ਦੇਣਾ ਉਚਿਤ ਸਮਝਦਾ ਸੀ ਜੋ ਇੱਕ ਬਾਦਸ਼ਾਹ ਦੂਜੇ ਸੁਤੰਤਰ ਬਾਦਸ਼ਾਹ ਨੂੰ ਦਿੰਦਾ ਹੈ। ਝੰਡਾ, ਨਗਾਰਾ ਅਤੇ ਸਰਾਈ ਪਰਦਾ ਸੁਤੰਤਰ ਰਾਜਾਂ ਦੀਆਂ ਨਿਸ਼ਾਨੀਆਂ ਹਨ। ਇਹ ਬਹਾਦਰ ਸ਼ਾਹ ਦੇ ਆਖੇ ਸ਼ਬਦ ਧਿਆਨ ਦੇਣ ਯੋਗ ਹਨ। ਉਸਨੇ ਤਖਤ ਪ੍ਰਾਪਤ ਕਰਨ ਦਾ ਗੁਰੂ ਜੀ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ, ਬੜੀ ਕਿਰਪਾ ਕੀਤੀ, ਦਰਸ਼ਨ ਦਿੱਤੇ। ਦਇਆ ਧਾਰ ਹਮਰੋ ਘਰ ਆਏ, ਤਖਤ ਬਖਤ ਤੁਮ ਕੇ ਪ੍ਰਭ ਪਾਏ। ਅਹਿਮਦ ਸ਼ਾਹ ਬਟਾਲਵੀ ਨੇ ਵੀ ਲਿਖਿਆ ਹੈ ਕਿ ਜਦ ਗੁਰੂ ਜੀ ਦਰਬਾਰ ਵਿੱਚ ਪਧਾਰੇ ਤਾਂ ਬਾਦਸ਼ਾਹ ਨੇ ਕਿਹਾ, ਹੱਕ ਦੇ ਜਾਣੂ ਅਤੇ ਉਸੇ ਦੀ ਪੂਜਾ ਕਰਨ ਵਾਲਿਆਂ ਦੇ ਆਗੂ, ਖੁਦਾ ਨੂੰ ਪਹੁੰਚੇ ਹੋਏ ਆਰਫਾਂ ਦੇ ਮੋਢੀ ਰਾਮਦਾਸ ਜੀਓ, ਆਸ ਹੈ ਕਿ ਆਪ ਦਾ ਪਰਉਪਕਾਰੀ ਸਰੀਰ ਨਰੋਆ ਹੈ। ਆਪ ਜੀ ਦੇ ਦਰਸ਼ਨ ਦੇਣ ਨਾਲ ਸਾਰੇ ਗਮ ਦੂਰ ਹੋ ਗਏ ਹਨ। ਠੀਕ ਗੱਲ ਤਾਂ ਇਹ ਹੈ ਕਿ ਇਹ ਸਲਤਨਤ ਦੇ ਬਾਦਸ਼ਾਹਿਤ ਆਪ ਜੀ ਦੇ ਹੀ ਰਹਿਮ ਅਤੇ ਦਇਆ ਸਦਕਾ ਹੀ ਪ੍ਰਾਪਤ ਹੋਈ ਹੈ। ਫਿਰ ਉਸ ਨੇ ਯਕੀਨ ਦਿਵਾਇਆ ਕਿ ਆਪ ਜੀ ਦੇ ਵਾਜਬ ਹੁਕਮ ਸਿਰ ਤੇ ਖਿੜੇ ਮੱਥੇ ਪੂਰੇ ਕਰਨ ਦਾ ਵੱਧ ਤੋਂ ਵੱਧ ਯਤਨ ਕਰਾਂਗਾ। ਇਤਨਾ ਸਤਿਕਾਰ ਦੇਖ ਕੇ ਕੱਟੜਪੰਥੀਆਂ ਨੇ ਰੋਸ ਮਨਾਇਆ ਤੇ ਭਰੇ ਦਰਬਾਰ ਵਿੱਚ ਹੀ ਕਿਹਾ, ਜੇ ਇਹ ਦੀਨੀ ਆਗੂ ਹੈ ਤਾਂ ਕਰਾਮਾਤ ਦਿਖਾਏ। ਜਦ ਬਹਾਦਰ ਸ਼ਾਹ ਨੇ ਕੱਟੜਪੰਥੀਆਂ ਦੀ ਤਰਕ ਦਾ ਜ਼ਿਕਰ ਕੀਤਾ ਤਾਂ ਉਹਨਾਂ ਫਰਮਾਇਆ ਕਿ ਕਰਾਮਾਤ ਦਾ ਮਾਲਕ ਕੇਵਲ ਅੱਲਾ ਹੈ। ਅੱਲਾ ਦੇ ਪਿਆਰਿਆਂ ਨੂੰ ਕਰਾਮਾਤ ਦਿਖਾਉਣੀ ਸੋਭਦੀ ਨਹੀਂ। ਇੱਕ ਵਾਰੀ ਆਨੰਦਪੁਰ ਅਤੇ ਫਿਰ ਦਿੱਲੀ ਵੀ ਐਸੀ ਘਟਨਾ ਹੋਈ ਸੀ। ਮਹਾਰਾਜ ਨੇ ਜਦ ਨਿਸ਼ਾਨੇ ਤੇ ਤੀਰ ਮਾਰਿਆ ਸੀ ਤਾਂ ਵਜੀਦ ਖਾਂ ਪੁਕਾਰ ਉੱਠਿਆ ਸੀ, ਕਰਾਮਾਤ। ਤਾਂ ਮਹਾਰਾਜ ਨੇ ਦੂਜਾ ਤੀਰ ਭੇਜਦੇ ਲਿਖਿਆ ਸੀ, ਕਰਾਮਾਤ ਨਹੀਂ, ਕਰਤੱਵ। ਪਰ ਹੁਣ ਜਦ ਸਾਰਿਆਂ ਨੇ ਜਿੱਦ ਹੀ ਪਕੜ ਲਈ ਤਾਂ ਮਹਾਰਾਜ ਨੇ ਆਪਣੀ ਪਾਵਨ ਉਂਗਲੀ ਦਾ ਇਸ਼ਾਰਾ ਬਹਾਦਰ ਸ਼ਾਹ ਵੱਲ ਕਰਕੇ ਕਿਹਾ,
ਤੂੰ ਹੀ ਕਰਾਮਾਤ ਹੈ। ਸਿਆਸਤ ਹੀ ਵੱਡੀ ਕਰਾਮਾਤ ਹੈ ਅਤੇ ਸਿਆਸੀ ਤਾਕਤ ਦਾ ਹੱਥ ਹੋਣਾ ਹੀ ਕਰਾਮਾਤਾਂ ਵਿੱਚੋਂ ਇੱਕ ਕਰਾਮਾਤ ਹੈ। ਹੁਕਮ ਦੇ ਕੇ ਸ਼ਾਹ ਹਾਕਮ ਜਿਸ ਦਾ ਸਿਰ ਚਾਹੇ ਉਤਾਰ ਲਵੇ ਅਤੇ ਜਿਸ ਦੀ ਚਾਹੇ ਜਾਨ ਬਖਸ਼ੀ ਕਰ ਦੇਵੇ। ਪਰ ਇਸ ਬਚਨ ਨਾਲ ਉਹਨਾਂ ਲੋਕਾਂ ਦੀ ਤਸੱਲੀ ਨਾ ਹੋਈ। ਉਹਨਾਂ ਕਰਾਮਾਤ ਦਿਖਲਾਉਣ ਲਈ ਕਿਹਾ। ਗੁਰੂ ਜੀ ਨੇ ਇੱਕ ਮੋਹਰ ਜ਼ਮੀਨ ਤੇ ਸੁੱਟ ਕੇ ਆਖਿਆ, ਫਿਰ ਜੇ ਉਹ ਤਖਤ ਕਰਾਮਾਤ ਨਹੀਂ ਤਾਂ ਇਹ ਮੋਹਰ ਕਰਾਮਾਤ ਹੈ। ਇਸ ਵਿੱਚ ਇਤਨੀ ਸ਼ਕਤੀ ਹੈ ਕਿ ਸਿਆਸਤ ਤੱਕ ਖਰੀਦ ਲੈਂਦੀ ਹੈ। ਕਿਤਨੇ ਹੀ ਇਸ ਪਿੱਛੇ ਭੱਜੇ ਫਿਰਦੇ ਹਨ, ਪਰ ਉਹ ਤਾਂ ਗੁਰੂ ਜੀ ਕੋਲੋਂ ਕਰਾਮਾਤ ਦੇਖਣਾ ਚਾਹੁੰਦੇ ਸਨ। ਗੁਰੂ ਪਾਤਸ਼ਾਹ ਨੇ ਆਪਣੀ ਕਿਰਪਾਨ ਮਿਆਨ ਵਿੱਚੋਂ ਕੱਢ ਕੇ ਗਰਜ ਕੇ ਕਿਹਾ, ਜੋ ਨਾ ਸੁਣੇ ਨਾ ਸਮਝੇ ਉਸ ਲਈ ਇਹ ਹੀ ਕਰਾਮਾਤ ਹੈ। ਸਾਰੇ ਚੁੱਪ ਹੋ ਗਏ। ਮੌਲਾਨਿਆਂ ਦਾ ਦੂਜਾ ਪ੍ਰਸ਼ਨ ਸੀ, ਪੀਰ ਮਜ਼ਹਬ ਹਮਾਰਾ ਖੂਬ ਕੀ ਤੁਮਾਰਾ ਖੂਬ। ਮਹਾਰਾਜ ਨੇ ਮੋੜਵਾਂ ਉੱਤਰ ਦੇਂਦੇ ਫਰਮਾਇਆ, ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਕੈਸੇ ਪੂਰਨੇ ਪਾਏ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਹਰ ਇੱਕ ਨੂੰ ਆਪਣੇ ਖਿਆਲਾਂ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ। ਧਰਮ ਇੱਕ ਦੂਜੇ ਤੇ ਠੋਸਣਾ ਠੀਕ ਨਹੀਂ। ਫਿਰ ਮੁਲਾਕਾਤਾਂ ਦਾ ਸਿਲਸਿਲਾ ਤੁਰਦਾ ਰਿਹਾ। ਇੱਕ ਮੁਲਾਕਾਤ ਵਿੱਚ ਜਦ ਇਹ ਮਤ ਦਿੱਤਾ ਗਿਆ ਕਿ ਰੋਜ਼ੇ ਹਸ਼ਰ ਵਾਲੇ ਦਿਨ ਉਹ ਹੀ ਸੁਰਖਰੂ ਹੋਵੇਗਾ ਜਿਸ ਦੀ ਹਜ਼ਰਤ ਸਿਫਾਰਿਸ਼ ਕਰਨਗੇ, ਤਾਂ ਗੁਰੂ ਜੀ ਨੇ ਇੱਕ ਸਿੱਕਾ ਉਸ ਦੇ ਇੱਕ ਕਰਮਚਾਰੀ ਨੂੰ ਦਿੱਤਾ ਕਿ ਬਾਜ਼ਾਰ ਤੋਂ ਇਸ ਦਾ ਮੁੱਲ ਪਵਾ ਲਿਆਵੇ। ਕੁਝ ਚਿਰ ਬਾਅਦ ਕਰਮਚਾਰੀ ਨੇ ਵਾਪਸ ਆ ਕੇ ਕਿਹਾ, ਕੋਈ ਸਿੱਕੇ ਨੂੰ ਪ੍ਰਵਾਨ ਨਹੀਂ ਕਰਦਾ। ਮਹਾਰਾਜ ਨੇ ਕਿਹਾ, ਬਹਾਦਰ ਸ਼ਾਹ ਦੇਖੋ ਤੁਮਾਰੀ ਮੋਹਰ ਉੱਪਰ ਲੱਗੀ ਹੈ, ਪਰ ਇਸ ਨੂੰ ਕੋਈ ਸਵੀਕਾਰ ਨਹੀਂ ਕਰਦਾ। ਬਹਾਦਰ ਸ਼ਾਹ ਲਈ ਬੜੀ ਹੈਰਾਨੀ ਸੀ। ਉਸਨੇ ਸਿੱਕਾ ਤਲਬ ਕੀਤਾ ਅਤੇ ਹੱਥ ਤੇ ਰੱਖਦੇ ਸਾਰ ਕਿਹਾ, ਪੀਰ ਮੋਹਰ ਕੀ ਜਾਣੇ, ਧਾਤ ਖੋਟੀ ਹੈ। ਉਸੇ ਵਕਤ ਮਹਾਰਾਜ ਨੇ ਕਿਹਾ, ਗੱਲ ਇਹ ਹੀ ਹੈ, ਮੁੱਲ ਮੋਹਰ ਦਾ ਨਹੀਂ ਧਾਤ ਦਾ ਹੈ। ਜੇ ਧਾਤ ਖੋਟੀ ਹੈ ਤਾਂ ਮੋਹਰ ਬੇਸ਼ੱਕ ਕਿਸੇ ਦੀ ਹੋਵੇ, ਉਹ ਅਪਰਵਾਨ ਹੈ। ਜੇ ਕੋਈ ਇਹ ਸਮਝਦਾ ਹੈ ਕਿ ਸ਼ੁਭ ਅਮਲਾਂ ਬਗੈਰ ਹੀ ਦਰ ਪ੍ਰਵਾਨ ਹੋ ਜਾਏਗਾ ਤਾਂ ਉਸ ਦਾ ਭੁਲੇਖਾ ਨਿਕਲ ਜਾਣਾ ਚਾਹੀਦਾ ਹੈ। ਉੱਥੇ ਸਿਫਾਰਿਸ਼ ਕਿਸੇ ਕੰਮ ਨਹੀਂ ਆਉਣੀ। ਕਈ ਦਿਨ ਹੋਰ ਵਿਚਾਰਾਂ ਹੁੰਦੀਆਂ ਰਹੀਆਂ। ਇੰਜ ਪ੍ਰਤੀਤ ਹੋਣ ਲੱਗਾ ਕਿ ਚਿਰਾਂ ਤੋਂ ਪਈ ਤਰੇੜ ਮਿਲ ਜਾਏਗੀ। ਇਹਨਾਂ ਮੁਲਾਕਾਤਾਂ ਦਾ ਸਿੱਟਾ ਇੱਕ ਅਹਿਦਨਾਮੇ ਵਿੱਚ ਨਿਕਲਿਆ, ਜਿਸ ਦੀਆਂ 4 ਮੋਟੀਆਂ ਧਾਰਾਵਾਂ ਸਨ। ਨੰਬਰ 1, ਬਾਦਸ਼ਾਹ ਹਿੰਦੂ ਮੁਸਲਮਾਨ ਨੂੰ ਤੁੱਲ ਜਾਣੇਗਾ। ਨੰਬਰ 2, ਇਨਸਾਫ ਕਰੇਗਾ। ਨੰਬਰ 3, ਦੂਜੇ ਦੇ ਧਰਮ ਵਿੱਚ ਦਖਲ ਨਹੀਂ ਦੇਵੇਗਾ। ਨੰਬਰ 4, ਜਿਨ੍ਹਾਂ ਨੇ ਬਦੋਸ਼ੀਆਂ ਨੂੰ ਮਾਰਿਆ ਹੈ ਉਹਨਾਂ ਨੂੰ ਤੁਰੰਤ ਸੁਝਾਵਾਂ ਦੇਵੇਗਾ। ਮਹਾਰਾਜ ਨੇ ਕਿਹਾ ਕਿ ਜੇ ਰਾਜ ਕਮਾਉਣਾ ਈ ਤਾਂ ਚੁਗਲ ਦੀ ਨਾ ਸੁਣੀ, ਰਾਹ ਦੇ ਕੰਢੇ ਹਟਾ। ਗੱਲਬਾਤ ਦੀ ਕਾਮਯਾਬੀ ਦਾ ਵਰਣਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਹੁਕਮਨਾਮੇ ਵਿੱਚ, ਜੋ ਉਹਨਾਂ ਧੌਲਪੁਰ ਦੀ ਸੰਗਤ ਦੇ ਨਾਂ ਲਿਖਿਆ, ਵੀ ਕੀਤਾ। ਉਹਨਾਂ ਇਹ ਵੀ ਲਿਖਿਆ ਕਿ ਗੱਲਬਾਤ ਸਿਰੇ ਚੜ੍ਹ ਜਾਣ ਤੇ ਉਹ ਆਨੰਦਪੁਰ ਮੁੜ ਰਹੇ ਹਨ ਅਤੇ ਖਾਲਸਾ ਹਥਿਆਰਬੰਦ ਹੋ ਕੇ ਉੱਥੇ ਪੁੱਜੇ। ਉੱਥੋਂ ਹੀ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ। ਹੁਕਮਨਾਮੇ ਦੇ ਸ਼ਬਦ ਸਨ, ਏਕ ਓਂਕਾਰ ਸਤਿਗੁਰ ਜੀ, ਸਰਵ ਸੰਗਤ ਧੌਲ ਕੀ, ਤੁਸੀਂ ਮੇਰਾ ਖਾਲਸਾ ਹੋ, ਗੁਰੂ ਰੱਖੇਗਾ। ਗੁਰੂ ਗੁਰੂ ਜਾਪਦਾ ਜਨਮ ਸਵਰੇਗਾ। ਸਭ ਸੁੱਖ ਨਾਲ ਪਾਤਸ਼ਾਹ ਪਾਸ ਆਏ, ਸਿਰ ਪਾਓ ਅਰ 7,000 ਕੀ ਤੁਖ ਤੁਖੀ ਜੜਾਓ ਇਨਾਮ। ਹੋਰ ਵੀ ਕੰਮ ਕਾ ਸਦਕਾ ਹੋਤੇ हैं, ਅਸੀਂ भी थोड़े दिन ਨੂੰ आवते हैं। ਸਰਬੱਤ ਸੰਗਤ ਖਾਲਸਾ ਕੋ ਮੇਰਾ ਹੁਕਮ ਹੈ, ਆਪਸ में ਮੇਲ ਕਰਨਾ। ਜਦ ਅਸੀਂ ਕਹਿਲੂਰ ਆਵਤੇ ਤਦ ਸਰਬੱਤ ਖਾਲਸੇ ਹਥਿਆਰ ਬੰਨ ਕੇ ਜ਼ਰੂਰ ਆਵਣਾ। ਸੰਮਤ 1964। 4232। ਇਸ ਹਿਸਾਬ ਨਾਲ 31 ਅਕਤੂਬਰ 1707 ਬਣਦੀ ਹੈ ਤੇ ਪ੍ਰਗਟ ਹੁੰਦਾ ਹੈ ਕਿ ਆਗਰੇ ਵਿਖੇ ਹੀ ਹਿੰਦੁਸਤਾਨ ਦਾ ਇਤਿਹਾਸ ਬਦਲ ਜਾਣਾ ਸੀ। ਪਰ ਸਮਝੌਤੇ ਤੇ ਅਮਲ ਕਰਾਉਣ ਦੀਆਂ ਵਿਚਾਰਾਂ ਚੱਲ ਰਹੀਆਂ ਸਨ ਕਿ ਜੋਧਪੁਰ ਤੋਂ ਖਬਰ ਆਈ ਕਿ ਅਜੀਤ ਸਿੰਘ ਨੇ ਮੁਗਲ ਨੁਮਾਇੰਦੇ ਕੁਕਰਮਦੀਨ ਨੂੰ ਨਠਾ ਦਿੱਤਾ ਹੈ ਅਤੇ ਰਾਜਪੁਤਾਨੇ ਵਿੱਚ ਬਗਾਵਤ ਵੱਡੇ ਪੈਮਾਨੇ ਤੇ ਹੋਣ ਦੀ ਸੰਭਾਵਨਾ ਹੈ। ਸੋ 10 ਨਵੰਬਰ 1707 ਨੂੰ ਬਹਾਦਰ ਸ਼ਾਹ ਨੇ ਰਾਜਪੁਤਾਨੇ ਜਾਣ ਦਾ ਇਰਾਦਾ ਦੱਸਿਆ ਤੇ ਗੁਰੂ ਜੀ ਨੂੰ ਨਾਲ ਹੀ ਟੁਰਨ ਲਈ ਬੇਨਤੀ ਕੀਤੀ। ਮਹਾਰਾਜ ਜੀ ਇੱਕ ਤਾਂ ਗੱਲਬਾਤ ਨੂੰ ਵਿੱਚੇ ਹੀ ਛੱਡ ਕੇ ਮੁੜਨਾ ਨਹੀਂ ਸਨ ਚਾਹੁੰਦੇ, ਦੂਜੇ ਰਾਜਪੂਤਾਂ ਨੂੰ ਤਗੜਾ ਕਰਨਾ ਲੋੜਦੇ ਸਨ। ਗੁਰੂ ਜੀ ਰਾਜਪੁਤਾਨੇ ਵੱਲ ਚੱਲ ਪਏ, ਪਰ ਅਜੇ ਰਾਜਪੁਤਾਨੇ ਦੀ ਹੱਦ ਤੇ ਹੀ ਪੁੱਜੇ ਸਨ ਕਿ ਉਹਨਾਂ ਨੂੰ ਖਬਰ ਮਿਲ ਗਈ ਕਿ ਬਹਾਦਰ ਸ਼ਾਹ ਉੱਥੋਂ ਅੱਗੇ ਦੱਖਣ ਵੱਲ ਕੂਚ ਕਰ ਗਿਆ ਹੈ, ਕਿਉਂਕਿ ਤੀਜੇ ਭਰਾ ਕਾਸਿਮ ਬਖਸ਼ ਨੇ ਬਗਾਵਤ ਕਰ ਦਿੱਤੀ ਹੈ। 15 ਨਵੰਬਰ 1707 ਨੂੰ ਬਹਾਦਰ ਸ਼ਾਹ ਰਾਜਪੁਤਾਨੇ ਵੱਲ ਚੱਲਿਆ। ਔਰੰਗਜ਼ੇਬ ਦੀ ਮੌਤ ਬਾਅਦ ਅਜੀਤ ਸਿੰਘ ਨੇ ਮੁਕਰਮਦੀਨ ਨੂੰ ਜੋਧਪੁਰ ਤੋਂ ਭਜਾ ਦਿੱਤਾ। ਸੋ ਬਹਾਦਰ ਸ਼ਾਹ ਨੇ ਜੋਧਪੁਰ ਤੇ ਧਾਵਾ ਬੋਲਿਆ ਅਤੇ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਉਹ ਵੀ ਦਰਸ਼ਨ ਦੇਣ, ਕਿਉਂਕਿ ਕਈ ਮਸਲੇ ਨਜਿੱਠਣੇ ਰਹਿ ਗਏ ਸਨ। 10 ਦਸੰਬਰ 1707 ਨੂੰ ਬਹਾਦਰ ਸ਼ਾਹ ਭੂਸਾਵਲ, ਜਿੱਥੇ ਵੱਡੀ ਝੀਲ ਹੈ, ਪੁੱਜਾ।
28 ਦਸੰਬਰ 1707 ਨੂੰ ਭੂਸਾਵਲ ਤੋਂ ਅੱਗੇ 20 ਜਨਵਰੀ ਨੂੰ ਅੰਬਰ ਅਤੇ ਦੇਵਾਸ, ਖੈਰਾਵਲੀ, ਬੈਰਠ, ਸੰਗੇਨਰ ਤੋਂ ਹੁੰਦੇ ਹੋਏ ਕ੍ਰਿਸ਼ਨਗੜ੍ਹ ਪੁੱਜਾ। ਅਜੇ ਬਹਾਦਰ ਸ਼ਾਹ ਅਜਮੇਰ ਹੀ ਸੀ ਕਿ ਉਸਨੇ ਨਿਰਣਾ ਲਿਆ ਕਿ ਜੋਧਪੁਰ ਦੀ ਬਗਾਵਤ ਦਬਾ ਕੇ ਦੱਖਣ ਕਾਮ ਬਖਸ਼ ਦੀ ਬਗਾਵਤ ਦਬਾਉਣ ਲਈ ਜਾਏਗਾ। 21 ਫਰਵਰੀ 1708 ਨੂੰ ਮੇਰਠਾ ਪੁੱਜਾ। ਅਜੀਤ ਸਿੰਘ ਨੇ ਈਨ ਮੰਨੀ ਲਈ ਅਤੇ ਬਹਾਦਰ ਸ਼ਾਹ ਫਿਰ 24 ਮਾਰਚ 1708 ਨੂੰ ਅਜਮੇਰ ਪੁੱਜਿਆ ਅਤੇ ਉੱਥੋਂ ਚਿਤੌੜ ਲਈ ਚੱਲ ਪਿਆ। ਚਿਤੌੜ ਤੋਂ ਉਜੈਨ ਗਿਆ ਅਤੇ 12 ਅਪ੍ਰੈਲ 1708 ਨੂੰ ਹੁਸੈਨੀਪੁਰ ਦੇ ਨੇੜੇ ਕੈਂਪ ਲਗਾਇਆ। ਮਾਲਵਾ ਦੇ ਪ੍ਰਸਿੱਧ ਨਗਰ ਮੁੰਡੇਸ਼ਵਰ 30 ਅਪ੍ਰੈਲ 1708 ਨੂੰ ਪੁੱਜਾ। ਨੌਤਹਾ ਦर्रे ਨੂੰ 14 ਮਈ ਨੂੰ ਲੰਘਿਆ ਅਤੇ ਦਰਿਆ ਨਰਬਦਾ ਨੂੰ 19 ਮਈ ਪਾਰ ਕਰਕੇ ਔਰੰਗਾਬਾਦ ਔਰੰਗਜ਼ੇਬ ਦੇ ਮਕਬਰੇ ਤੇ ਗਿਆ। 25 ਜੂਨ 1708 ਨੂੰ ਤਾਪਤੀ ਦਰਿਆ ਪਾਰ ਕਰਨਾ ਚਾਹਿਆ ਪਰ ਹੜ੍ਹ ਆਉਣ ਕਰਕੇ 3 ਦਿਨ ਲੱਗ ਗਏ। ਫਿਰ ਬੁਰਹਾਨਪੁਰ ਪੁੱਜਾ ਅਤੇ ਉੱਥੋਂ ਮਲਕਪੁਰ ਹੋ ਕੇ ਨੰਦੇੜ ਆਇਆ। ਬੁਰਹਾਨਪੁਰ ਗੁਰੂ ਜੀ ਵੀ ਪੁੱਜ ਗਏ ਸਨ। ਬਹਾਦਰ ਸ਼ਾਹ ਧੁਰ ਦੱਖਣ ਤੱਕ ਚਲਾ ਗਿਆ ਸੀ ਅਤੇ 5 ਸਤੰਬਰ 1708 ਨੂੰ ਜਫਰਾਬਾਦ ਸੀ ਜੋ ਹੈਦਰਾਬਾਦ ਤੋਂ 67 ਮੀਲ ਤੇ ਹੈ। ਗੁਰੂ ਜੀ ਨੰਦੇੜ 3 ਸਤੰਬਰ 1708 ਨੂੰ ਪੁੱਜੇ ਸਨ। ਇਹ ਸਾਰੇ ਪੈਂਡੇ ਦਾ ਵੇਰਵਾ ਇਸ ਲਈ ਦਿੱਤਾ ਹੈ ਤਾਂ ਕਿ ਇਹ ਪ੍ਰਗਟ ਹੋ ਜਾਏ ਕਿ ਬਹਾਦਰ ਸ਼ਾਹ ਕਿਵੇਂ ਦੁਲਾਂਘਾਂ ਭਰਦਾ ਦੱਖਣ ਵੱਲ ਜਾ ਰਿਹਾ ਸੀ ਅਤੇ ਟਿਕਵਾਂ ਸਮਾਂ ਨਾ ਮਿਲ ਸਕਿਆ ਜਿੱਥੇ ਆਰੰਭ ਹੋਈ ਗੱਲਬਾਤ ਸਿਰੇ ਚੜ੍ਹ ਸਕੇ। ਗੁਰੂ ਜੀ ਅਜਮੇਰ, ਜੋਧਪੁਰ, ਉਦੈਪੁਰ, ਚਿਤੌੜ, ਨਰਬਦਾ, ਤਾਪਦੀ ਅਤੇ ਬਾਣਗੰਗਾ ਪਾਰ ਕਰਕੇ ਹੀ ਨੰਦੇੜ ਪੁੱਜੇ ਸਨ। ਭਾਵੇਂ ਗੁਰੂ ਜੀ ਨਾਲ ਸਮਝੌਤੇ ਦੀ ਗੱਲਬਾਤ ਦਾ ਸਭ ਨੂੰ ਪਤਾ ਸੀ ਅਤੇ ਗੁਰੂ ਜੀ ਦੇ ਆਦਰ ਦਿੱਤੇ ਜਾਣ ਦੀ ਖਬਰ ਸਭ ਪਾਸੇ ਜਾ ਚੁੱਕੀ ਸੀ, ਪਰ ਕੀਨੇ ਦੀ ਅੱਗ ਮੁਗਲਾਂ ਵਿੱਚ ਭੜਕ ਰਹੀ ਸੀ। ਇੱਕ ਤਾਂ ਜਿੱਥੋਂ ਵੀ ਗੁਰੂ ਜੀ ਲੰਘਦੇ ਸਨ ਲੋਕੀ ਵਹੀਰਾਂ ਘੱਤ ਦਰਸ਼ਨਾਂ ਨੂੰ ਆਉਂਦੇ ਸਨ। ਦੂਜੇ ਧਰਮਾਂ ਦੇ ਆਗੂ ਵੀ ਦਰਸ਼ਨਾਂ ਹਿੱਤ ਅਤੇ ਉਪਦੇਸ਼ ਲੈਣ ਲਈ ਆ ਰਹੇ ਸਨ। ਨਰਮਦਾ ਪਾਰ ਕਰਦੇ ਐਸੀ ਘਟਨਾ ਹੋਈ ਕਿ ਭਾਈ ਮਾਨ ਸਿੰਘ ਜੀ ਤੇ ਮਾਰੂ ਵਾਰ ਕਰਕੇ ਮੁਗਲਾਂ ਨੇ ਸ਼ਹੀਦ ਕਰ ਦਿੱਤਾ। ਬਹਾਦਰ ਸ਼ਾਹ ਨੂੰ ਜਦ ਪਤਾ ਲੱਗਾ ਤਾਂ ਉਸਨੇ ਕਾਤਲ ਗੁਰੂ ਜੀ ਦੇ ਹਵਾਲੇ ਕਰਨ ਦਾ ਹੁਕਮ ਵੀ ਦਿੱਤਾ, ਪਰ ਖਿਮਾਵਾਨ ਗੁਰੂ ਜੀ ਨੇ ਐਸਾ ਨਾ ਕਰਨ ਦੀ ਹਦਾਇਤ ਭੇਜੀ। ਪਰ ਤਵਾਰੀਖ ਸਿੱਖਾਂ ਰਚਿਤ ਖੁਸ਼ਵਕਤ ਰਾਏ ਦੇ ਲਿਖੇ ਅਨੁਸਾਰ ਜਦ ਗੁਰੂ ਸਾਹਿਬ ਦੇ ਕੁਰਾਨ ਦੇ ਕਾਨੂੰਨ ਮੁਤਾਬਿਕ ਵਜ਼ੀਰ ਖਾਂ ਨੂੰ ਹਵਾਲੇ ਕਰਨ ਦੀ ਗੱਲ ਕਹੀ ਤਾਂ ਬਾਦਸ਼ਾਹ ਸੋਚੀ ਪੈ ਗਿਆ। ਇਹਨਾਂ ਸਾਰੀਆਂ ਥਾਵਾਂ ਤੇ ਗੁਰਦੁਆਰੇ ਹਨ। ਅਜਮੇਰ ਹੀ ਆਪ ਜੀ ਨੇ ਭਵਿੱਖਵਾਕ 100 ਸਾਖੀ ਦੇ ਰੂਪ ਵਿੱਚ ਉਚਾਰੇ ਸਨ। ਅੱਜ ਅਸੀਂ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਕਿਤਾਬ ਦੇ 263 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।